ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਮਾਰੇ ਸਮਝਾਉਂਦੇ ਵੀ ਜਿਨ੍ਹਾਂ ਜੀਵਾਂ ਨੇ ਪਰਮਾਤਮਾ ਸਤਿਗੁਰੂ ਨੂੰ ਨਹੀਂ ਸੇਵਿਆ, ਜਿਨ੍ਹਾਂ ਨੇ ਨਹੀਂ ਭਗਤੀ ਕੀਤੀ, ਉਹ ਸਦਾ ਹੀ ਦੁਖੀ ਰਹਿੰਦੇ ਨੇ। ਚਾਰਾਂ ਯੁੱਗਾਂ ਦੇ ਵਿੱਚ ਹੀ ਉਹ ਜਿਹੜਾ ਮਨ ਹੈ ਉਹ ਦੁਖੀ ਹੈ। ਜਿਨ੍ਹਾਂ ਨੇ ਘਰ ਹੁੰਦੇ ਹੋਈ ਅੰਦਰੋਂ ਉਸ ਸਤਿਪੁਰਖ ਨੂੰ ਜਾਣਿਆ ਨਹੀਂ, ਉਹ ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ, ਸਤਿਗੁਰੂ ਕਹਿੰਦੇ ਬਈ ਉਹ ਮੁੱਠੇ ਗਏ, ਉਹ ਠੱਗੇ ਗਏ, ਉਹ ਜੀਵਨ ਦੀ ਬਾਜੀ ਨੂੰ ਹਾਰ ਗਏ। ਮਾਰੇ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜਗ ਚਾਰ। ਘਰ ਹੁੰਦੇ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ। ਵੀ ਜਿਹੜਾ ਸਤਿਪੁਰਖ ਘਰ ਦੇ ਵਿੱਚ ਹੀ ਅੰਦਰ ਹੀ ਵਸਦਾ ਹੈ, ਉਹਦੀ ਪਹਿਚਾਣ ਨਹੀਂ ਕੀਤੀ, ਉਹਦਾ ਭੇਤ ਨਹੀਂ ਲਿਆ, ਉਹ ਹਉਮੈ ਵਿੱਚ, ਹੰਕਾਰ ਦੇ ਵਿੱਚ ਉਹ ਠੱਗੇ ਗਏ। ਉਹਨਾਂ ਦਾ ਜਿਹੜਾ ਜੀਵਨ ਉਹ ਵਿਅਰਥ ਚਲਾ ਗਿਆ। ਅਤੇ ਐਸੇ ਜੀਵ ਫਿਰ ਮਾਰੇ ਹੀ ਕਹਿੰਦੇ ਵੀ ਚਾਰਾਂ ਯੁੱਗਾਂ ਦੇ ਵਿੱਚ ਹੀ ਉਹ ਦੁਖੀ ਰਹਿੰਦੇ, ਪਹਿਲਾਂ ਵੀ ਦੁਖੀ, ਹੁਣ ਵੀ ਦੁਖੀ, ਦੁੱਖ ਹੀ ਦੁੱਖ। ਸੋ ਐਸੀ ਅਵਸਥਾ 'ਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਡੇ ਅੰਦਰ ਵੀ ਮਾਲਕ ਵੱਸਦਾ ਹੈ ਸਤਿਪੁਰਖ, ਅਤੇ ਬਾਹਰ ਵੀ ਐਸੀ ਕੋਈ ਥਾਂ ਨਹੀਂ ਜਿੱਥੇ ਵਾਹਿਗੁਰੂ ਆਪ ਮੌਜੂਦ ਨਾ ਹੋਵੇ। ਅਤੇ ਆਪਾਂ ਨੂੰ ਕਹਿੰਦੇ ਵੀ ਉਸ ਪੁਰਖ ਨੂੰ ਤੁਸੀਂ ਪਹਿਚਾਣੋ,
ਤੁਸੀਂ ਜਾਣੋ। ਉਹਦੇ ਸਨਮੁਖ ਹੋਵੋ ਅਤੇ ਉਹਦੇ ਨਾਲ ਮਿਲਾਪ ਕਰੋ। ਜੇ ਨਹੀਂ ਕਰਦੇ ਅਤੇ ਸਾਡਾ ਜਿਹੜਾ ਜੀਵਨ ਉਹ ਫਿਰ ਵਿਅਰਥ ਚਲਾ ਜਾਂਦਾ, ਅਸੀਂ ਜੀਵਨ ਦਾ ਲਾਹਾ ਨਹੀਂ ਖੱਟਦੇ। ਹੁਣ ਇਹ ਮੌਕਾ, ਇਹ ਵਾਰੀ ਸਿਰਫ ਆਪਾਂ ਨੂੰ ਮਾਨਸ ਜਾਮੇ ਵਿੱਚ ਹੀ ਦਿੱਤੀ ਜਾਂਦੀ ਹੈ। ਹੋਰ ਜਿੰਨੀ ਵੀ 84 ਲੱਖ ਜੂਨ ਨੇ, ਕਿਸੇ ਨੂੰ ਇਹ ਮੌਕਾ, ਕਿਸੇ ਨੂੰ ਇਹ ਵਾਰੀ ਨਹੀਂ ਹੈ, ਕਿਸੇ ਨੂੰ ਇੰਨਾ ਗਿਆਨ ਨਹੀਂ ਹੈ ਬਈ ਉਹ ਅੰਦਰ ਬੈਠੇ ਸਤਿਪੁਰਖ ਦੀ ਪਹਿਚਾਣ ਕਰ ਲੈਣ। ਸਿਰਫ ਇਹ ਮੌਕਾ, ਇਹ ਵਾਰੀ, ਇੰਨਾ ਗਿਆਨ ਆਪਾਂ ਨੂੰ ਇਹ ਮਾਨਸ ਜਾਮੇ ਵਿੱਚ ਹੀ ਦਿੱਤਾ ਜਾਂਦਾ ਹੈ। ਤਾਂਹੀਓ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਹੁਣ ਇਹ ਸਾਨੂੰ ਵਾਰੀ ਮਿਲੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਤੇ ਕਈ ਯੁੱਗ ਲੰਘ ਜਾਂਦੇ ਇਹ ਵਾਰੀ ਮਿਲਣ ਵਾਸਤੇ। ਮਹਾਰਾਜ ਫਰਮਾਉਂਦੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਵੀ ਅਸੀਂ ਪਹਿਲਾਂ ਜੂਨਾਂ ਦੇ ਵਿੱਚ ਤਾਂ ਹਾਰਦੇ ਰਹੇ ਜੀਵਨ ਦੀ ਬਾਜੀ ਨੂੰ, ਅਤੇ ਆਪਾਂ ਨੂੰ ਹੁਣੇ ਮਾਨਸ ਜਾਮਾ ਮਿਲਿਆ ਬੜੇ ਚਿਰਾਂ ਬਾਅਦ ਵੀ ਹੁਣ ਅਸੀਂ ਇਹ ਜੀਵਨ ਦੀ ਬਾਜੀ ਨੂੰ ਜਿੱਤ ਜੀਏ। ਹੁਣ ਅਸੀਂ ਆਪਦੇ ਮੂਲ ਦੀ ਪਹਿਚਾਣ ਕਰ ਲਈਏ, ਸਤਿਪੁਰਖ ਦੀ ਪਹਿਚਾਣ ਕਰ ਲਈਏ, ਅਸੀਂ ਮਾਲਕ ਨਾਲ ਮਿਲਾਪ ਕਰ ਲਈਏ ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਏ। ਅਸੀਂ ਦੁਬਾਰਾ ਨਾ ਵਾਪਸ ਉੱਧਰ ਹੀ ਮੁੜ ਜਾਈਏ ਫਿਰ ਜਿੱਥੋਂ ਆਏ ਹਾਂ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ 84 ਲੱਖ ਜੋ ਜੂਨ ਨੇ, ਇਹ ਇੱਕ ਪੌੜੀ ਹੈ। ਇੱਕ ਇੱਕ ਪੌੜੀ ਦਾ ਸਟੈਪ ਟੰਬਾ ਚੜ੍ਹਦੇ 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 ਆਪਾਂ ਸਭ ਤੋਂ ਉੱਪਰਲੇ 'ਤੇ ਆ ਗਏ। ਜੇ ਤਾਂ ਹੁਣ ਆਪਾਂ ਪਰਮਾਤਮਾ ਦੇ ਨਾਲ ਮਿਲਾਪ ਕਰ ਲੈਂਦੇ ਹਾਂ ਫਿਰ ਤਾਂ ਅਸੀਂ ਸਦਾ ਵਾਸਤੇ ਅਮਰ ਹੋ ਜਾਂਦੇ ਹਾਂ, ਫਿਰ ਦੁਬਾਰਾ ਨਹੀਂ ਆਵਾਂਗੇ ਮੁੜ ਕੇ। ਜੇ ਹੁਣ ਅਸੀਂ ਨਹੀਂ ਮਿਲਾਪ ਕਰਦੇ, ਉੱਪਰਲੇ ਟੰਬੇ ਤੋਂ ਸਿੱਧਾ ਹੀ ਥੱਲੇ ਡਿੱਗਾਂਗੇ, ਅਤੇ ਉੱਪਰੋਂ ਸਿੱਧਾ ਥੱਲੇ ਡਿੱਗੇ ਅਤੇ ਰਾਹ ਦੇ ਵਿੱਚ ਕਿਤੇ ਠਹਿਰ ਨਹੀਂ ਹੈ, ਕਿਤੇ ਠੌਰ ਨਹੀਂ ਪਾਵਾਂਗੇ, ਸਿੱਧਾ ਹੀ ਥੱਲੇ ਆਵਾਂਗੇ। ਇਸ ਲਈ ਮਹਾਰਾਜ ਫਰਮਾਉਂਦੇ 184 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਇੰਦਾ। ਮਹਾਰਾਜ ਕਹਿੰਦੇ ਪੌੜੀ ਜੇ ਤੁਸੀਂ ਉੱਪਰਲੇ ਟੰਬੇ ਤੋਂ ਥੁੜਕ ਗਏ ਅਤੇ ਫਿਰ ਆਵਾਂ ਜਾਣ ਦੇ ਚੱਕਰ 'ਚ ਫਿਰ ਅਸੀਂ ਵਾਪਸ 84 ਦਾ ਗੇੜ ਪੈ ਜਾਂਦਾ। ਫਿਰ ਪਤਾ ਨਹੀਂ ਕਿੰਨਾ ਕੁ ਸਮਾਂ ਲੰਘ ਜੇ ਇਹ ਮਾਨਸ ਜਾਮਾ ਦੁਬਾਰਾ ਮਿਲੇ ਕਿ ਜਾਂ ਨਾ ਮਿਲੇ। ਤਾਈਓ ਆਪਾਂ ਨੂੰ ਕਹਿੰਦੇ ਵੀ ਇੱਕੋ ਵਾਰੀ ਮਿਲਦਾ, ਵਾਰ ਵਾਰ ਮਿਲਦਾ ਨਹੀਂ ਹੈ। ਮਾਨਸ ਜਾਮਾ ਬੜਾ ਦੁਰਲੱਭ ਹੈ, ਬੜਾ ਔਖਾ। ਮਹਾਰਾਜ ਉਦਾਹਰਨ ਦਿੰਦੇ ਵੀ ਜਿਵੇਂ ਇੱਕ ਰੁੱਖ ਦਰੱਖਤ ਨੂੰ ਫਲ ਲੱਗਦਾ, ਫਲ ਟਾਹਣੀ ਦੇ ਨਾਲੋਂ ਟੁੱਟ ਕੇ ਥੱਲੇ ਡਿੱਗ ਪਵੇ ਅਤੇ ਆਪਾਂ ਲੱਖਾਂ ਯਤਨ ਕਰ ਲਈਏ ਵੀ ਦੁਬਾਰਾ ਨਾਲ ਜੋੜ ਦਈਏ, ਉਹ ਦੁਬਾਰਾ ਨਾਲ ਨਹੀਂ ਜੁੜ ਸਕਦੇ, ਜੁੜਦਾ ਹੀ ਨਹੀਂ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਮਾਨਸ ਜਾਮਾ ਇੱਕ ਵਾਰੀ ਮਿਲਦਾ, ਵਾਰ ਵਾਰ ਦੁਬਾਰਾ ਮਿਲਦਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੇ ਬਾਰ। ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬਾਹਰ ਨਾ ਲਾਗੇ ਡਾਰ। ਬਈ ਜਿਵੇਂ ਉਹ ਫਲ ਪੱਕ ਕੇ ਟਾਹਣੀ ਨਾਲੋਂ ਟੁੱਟ ਕੇ ਪੁੰਜੇ ਥੱਲੇ ਭੋਏ ਡਿੱਗ ਪਿਆ, ਦੁਬਾਰਾ ਉਹ ਵਾਪਸ ਡਾਰ ਨਾਲ ਦੁਬਾਰਾ ਨਹੀਂ ਜੁੜ ਸਕਦਾ। ਦੁਬਾਰਾ
ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਇੱਕ ਵਾਰ ਇਹ ਮਾਨਸ ਜਾਮੇ ਵਿੱਚੋਂ ਅਸੀਂ ਥੁੜ ਕੇ ਤੇ ਵਾਰ-ਵਾਰ ਮੁੜ ਕੇ ਮਿਲਦਾ ਨਹੀਂ ਹੈ, ਬੜਾ ਕੀਮਤੀ, ਬੜਾ ਵਡਮੁੱਲਾ ਹੈ। ਇਸ ਵਾਸਤੇ ਹੁਣ ਜਦ ਤੱਕ ਅਸੀਂ ਸਤਸੰਗਤ ਨਹੀਂ ਕਰਦੇ, ਸਾਨੂੰ ਇਹ ਮਾਨਸ ਜਾਮੇ ਦੀ ਕਦਰ ਨਹੀਂ ਹੈ, ਸਾਨੂੰ ਇਹਦੀ ਕੀਮਤ ਦਾ ਹੀ ਨਹੀਂ ਪਤਾ। ਜਦੋਂ ਆਪਾਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਸਤਸੰਗ 'ਚ ਆਉਂਦੇ ਹਾਂ, ਸਾਡੇ ਉੱਤੇ ਮਹਾਰਾਜ ਕਿਰਪਾ ਕਰਦੇ, ਸਾਨੂੰ ਇਹ ਗਿਆਨ ਦਿੰਦੇ, ਸਾਡੇ ਅੰਦਰ ਇਹ ਗਿਆਨ ਦਾ ਦੀਪਕ ਜਲਦਾ ਹੈ, ਗਿਆਨ ਦਾ ਚਾਨਣ ਹੁੰਦਾ ਹੈ। ਜਦੋਂ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਤੇ ਫਿਰ ਸਾਨੂੰ ਪਤਾ ਲੱਗਦਾ ਬਈ ਇਹ ਮਾਨਸ ਜਾਮਾ ਕਿੰਨਾ ਵਡਮੁੱਲਾ ਤੇ ਕਿੰਨੀ ਮਾਲਕ ਨੇ ਸਾਡੇ 'ਤੇ ਦਇਆ ਕੀਤੀ ਹੈ, ਬਈ ਜਿਹੜਾ ਇਹ ਸਾਨੂੰ ਇੰਨਾ ਕੀਮਤੀ, ਇੰਨਾ ਵਡਮੁੱਲਾ ਜੀਵਨ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੇਂ ਦੀਪਕ ਜਲਿਓ, ਜੀਸ ਹਾਰ ਕੀ ਸੋਝੀ ਕਰੀ, ਤੋ ਇਸ ਘਰ ਕੀ ਕੀਮਤ ਭਰੀ। ਬਈ ਸਤਿਗੁਰੂ ਕਿਰਪਾ ਕਰਕੇ ਜਦੋਂ ਸਾਡੇ ਅੰਦਰ ਇਹ ਦੀਪਕ ਜਲਾਉਂਦੇ, ਗਿਆਨ ਸਾਨੂੰ ਹੁੰਦਾ, ਸਾਨੂੰ ਜਿੱਤ ਤੇ ਹਾਰ ਦਾ ਪਤਾ ਲੱਗਦਾ, ਖੇਲ ਦਾ, ਫਿਰ ਸਾਨੂੰ ਇਹਦੀ ਕੀਮਤ ਦਾ ਪਤਾ ਲੱਗਦਾ। ਫਿਰ ਅਸੀਂ ਕੋਸ਼ਿਸ਼ ਕਰਦੇ ਵੀ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲਿਆ, ਅਸੀਂ ਉਹ ਕੰਮ ਪੂਰਾ ਕਰੀਏ, ਤਾਂ ਕਿ ਇਹ ਨਾ ਹੋਵੇ ਵੀ ਸਾਡੇ ਸਵਾਸ ਪੂਰੇ ਹੋ ਜਾਣ ਅਤੇ ਸਾਡਾ ਉਹ ਕਾਰਜ ਅਧੂਰਾ ਹੀ ਰਹਿ ਜੇ। ਜਿਵੇਂ ਸੰਸਾਰ ਦੇ ਵਿੱਚ ਤਾਂ ਇਹ ਸਾਰਾ ਖੇਲ ਉਲਟ ਹੈ, ਜੀਵ ਦੀ ਜਿਹੜੀਆਂ ਆਸ਼ਾ ਅਭਿਲਾਸ਼ਾਵਾਂ ਉਹ ਖਤਮ ਨਹੀਂ ਹੁੰਦੀਆਂ, ਨਾ ਖਤਮ ਹੋਣੀਆਂ ਕਰਕੇ ਉਹ ਬਜ਼ੁਰਗ ਵੀ ਹੋ ਜਾਂਦਾ, ਫਿਰ ਵੀ ਉਹਦੀ ਆਸਾ ਹੁੰਦੀ ਵੀ ਕੁਝ ਨਾ ਕੁਝ ਮੈਂ ਸੰਸਾਰ ਦੇ ਵਿੱਚ ਇਸੇ ਹੋਰ ਦੇਖ ਲਾਂ ਵੀ, ਤਾਂ ਕਿ ਮਰਨ ਤੋਂ ਪਹਿਲਾਂ ਮੇਰਾ ਸਮਾਂ ਨਾ ਆ ਜੇ। ਉਹਦੇ ਵਾਸਤੇ ਫਿਰ ਆਪਾਂ ਦੇਖਦੇ ਹਾਂ ਵੀ ਸੰਸਾਰ 'ਚ ਜੀਵਾਂ ਦੀਆਂ ਵੱਖੋ ਵੱਖਰੀਆਂ ਆਸਾਂ ਹੁੰਦੀਆਂ। ਕਿਸੇ ਦੀ ਆਸ਼ਾ ਹੁੰਦੀ ਵੀ ਮੇਰਾ ਪੋਤੇ ਨੇ ਜਾਂ ਗਾਂ ਪੜੋਤੇ ਨੇ, ਉਹਨਾਂ ਦੇ ਮੈਂ ਵਿਆਹ ਦੇਖ ਲਾਂ, ਬਈ ਮੇਰਾ ਕਿਤੇ ਇਹ ਸਮਾਂ ਹੀ ਨਾ ਪੂਰਾ ਹੋ ਜੇ। ਉਹ ਕਹੀ ਜਾਣਗੇ ਮੈਨੂੰ ਦਿਖਾ ਦਿਓ, ਮੇਰਾ ਕੀ ਪਤਾ ਮੈਂ ਕਦੋਂ ਚਲਿਆ ਜਾਣਾ। ਤੇ ਇਸੇ ਤਰ੍ਹਾਂ ਹੀ ਸਾਡੇ ਅੰਦਰ ਇਹ ਚੀਜ਼ ਹੋਣੀ ਚਾਹੀਦੀ ਵੀ ਜਿਹੜਾ ਕਾਰਜ ਅਸੀਂ ਕਰਨ ਵਾਸਤੇ ਆਏ ਹਾਂ ਉਹ ਅਸੀਂ ਪੂਰਾ ਕਰ ਲਈਏ, ਵੀ ਸਾਨੂੰ ਕੀ ਪਤਾ ਅਸੀਂ ਕਦੋਂ ਚਲੇ ਜਾਣਾ, ਬਈ ਸਮਾਂ ਸਾਡਾ ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਣਾ। ਵੀ ਜਿਸ ਮਕਸਦ ਵਾਸਤੇ ਜੀਵਨ ਮਿਲਿਆ ਉਹ ਤਾਂ ਪੂਰਾ ਕਰ ਲਈਏ। ਪਰ ਸੰਸਾਰ 'ਚ ਜੀਵ ਦਾ ਉਲਟ ਹੈ, ਉਹ ਹੋਰ ਹੀ ਕਰਮ ਕਰੀ ਜਾਂਦਾ, ਉਹ ਹੋਰ ਹੀ ਸਮਝੀ ਜਾਂਦਾ ਵੀ ਆਹ ਵੀ ਦੇਖ ਲਾਂ, ਮੈਂ ਆਹ ਵੀ ਦੇਖ ਲਾਂ, ਪਰ ਉਹ ਇਹ ਨਹੀਂ ਸੋਚਦਾ ਵੀ ਮੈਂ ਰੱਬ ਨੂੰ ਵੀ ਦੇਖ ਲਾਂ, ਵੀ ਜਿਹਨੇ ਮੈਨੂੰ ਪੈਦਾ ਕੀਤਾ, ਵੀ ਜਿਹੜਾ ਮੈਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ, ਮੈਂ ਉਹਨੂੰ ਰੱਬ ਨੂੰ ਤਾਂ ਦੇਖਿਆ ਹੀ ਨਹੀਂ ਕਦੇ, ਉਹਦੇ ਤਾਂ ਮੈਂ ਕਦੇ ਦਰਸ਼ਨ ਹੀ ਨਹੀਂ ਕੀਤੇ। ਜਾਣੀ ਦੀ ਸੰਸਾਰ ਦਾ ਇਹ ਸਾਰਾ ਖੇਲ ਉਲਟ ਚੱਲਦਾ, ਪੁੱਠਾ। ਅਤੇ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਆਪਾਂ ਨੂੰ ਗਿਆਨ ਹੁੰਦਾ, ਸੋਝੀ ਹੁੰਦੀ, ਸਾਡੇ ਅੰਦਰ ਗਿਆਨ ਦਾ ਦੀਪਕ ਜਲਦਾ ਹੈ, ਫਿਰ ਆਪਾਂ ਨੂੰ ਇਹ ਮਾਨਸ ਜਾਮੇ ਦੀ ਕਦਰ ਹੁੰਦੀ। ਅਤੇ ਫਿਰ ਅਸੀਂ ਜਿਹੜਾ ਕਾਰਜ ਕਰਨ ਵਾਸਤੇ ਆਏ ਹਾਂ, ਫਿਰ ਸਾਡੀ ਇੱਛਾ ਹੁੰਦੀ ਵੀ ਉਹ ਅਸੀਂ ਫਟਾਫਟ ਪੂਰਾ ਕਰ ਲਈਏ, ਵੀ ਛੇਤੀ ਨਾਲ ਉਹ ਕਰਮ ਆਪਦਾ ਨਿਬੇੜ ਲਈਏ ਅਤੇ ਵਿਹਲੇ ਹੋ ਜਾਈਏ। ਬਈ ਸਮੇਂ ਦਾ ਕੀ ਪਤਾ ਕਦੋਂ ਖਤਮ ਹੋ ਜਾਣਾ, ਕਦੋਂ ਸਾਨੂੰ ਵਾਪਸ ਬੁਲਾ ਲਿਆ ਜਾਵੇ। ਤਾਈਓ ਸਾਨੂੰ ਮਹਾਰਾਜ ਸਮਝਾਉਂਦੇ, ਕਹਿੰਦੇ ਸੀਗਰ ਕਾਰਜ ਲਿਹੋ ਸਵਾਰ, ਵੀ ਛੇਤੀ ਆਪਦਾ ਕਾਰਜ ਸਵਾਰ ਲਿਓ, ਉਹਦੇ ਵਿੱਚ ਢਿੱਲ ਨਾ ਵਰਤਿਓ। ਇਹ ਨਾ ਸਮਝਿਓ ਵੀ ਕੋਈ ਗੱਲ ਨਹੀਂ, ਹਜੇ ਜਿਹੜਾ ਅਸੀਂ ਚੱਲੇ ਹਾਂ ਕਿਤੇ, ਹਜੇ ਤਾਂ ਬਥੇਰਾ ਸਮਾਂ ਪਿਆ, ਹਜੇ ਸੰਸਾਰ ਦਾ ਦੇਖ ਲਈਏ, ਵੀ ਇਹਨੂੰ ਕੀ ਹੈ, ਭਗਤੀ ਨੂੰ ਕੀ ਹੈ, ਸਿਮਰਨ ਕਰਨ ਨੂੰ ਕੀ ਹੈ, ਤਾਂ ਜਦੋਂ ਮਰਜ਼ੀ ਕਰ ਲਓ। ਅਤੇ ਇਹਦੇ ਵਿੱਚ ਜੇ ਅਸੀਂ ਆਲਸ ਕਰਦੇ ਹਾਂ
ਅਤੇ ਉਹ ਸਮਾਂ ਤਾਂ ਲੰਘਦਾ ਹੀ ਜਾ ਰਿਹਾ, ਸਮਾਂ ਤਾਂ ਬੜਾ ਤੇਜ਼ੀ ਨਾਲ ਜਾ ਰਿਹਾ। ਆਪਣੇ ਕੋਲ ਬਾਹਲਾ ਸਮਾਂ ਨਹੀਂ ਹੈ। ਜੇ ਆਪਾਂ ਸੋਚੀਏ ਸਹੀ ਦੇ ਵਿੱਚ ਵਿਚਾਰ ਕੇ, ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਸਮਾਂ ਰੋਜ਼ ਦੀ ਰੋਜ਼ ਆਪਣਾ ਘਟਦਾ ਜਾ ਰਿਹਾ। ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਸੀਜੇ, ਕਾਲ ਹੇਰੀ ਫਿਰੇ ਬੰਧਕ, ਜਿਉਂ ਕਹੋ ਕਬਨ ਵਿਧ ਕੀਜੇ। ਸਤਿਗੁਰੂ ਕਹਿੰਦੇ ਵੀ ਕਾਲ ਤਾਂ ਰੋਜ਼ ਦੀ ਰੋਜ਼ ਤੁਹਾਡਾ ਘੇਰਾਬੰਦੀ ਤੰਗ ਕੀਤੀ ਆਉਂਦਾ, ਤੁਹਾਡਾ ਸਮਾਂ ਰੋਜ਼ ਦੀ ਰੋਜ਼ ਘਟਦਾ ਜਾ ਰਿਹਾ। ਦਿਨ ਪਹਿਰ ਘੜੀਆਂ, ਸਮਾਂ ਸਾਡਾ ਘਟਦਾ ਜਾ ਰਿਹਾ। ਅਤੇ ਕਾਲ ਨੂੰ ਪਤਾ ਵੀ ਇਹਨਾਂ ਦਾ ਸਮਾਂ ਖਤਮ ਹੋ ਜਾਣਾ, ਉਹ ਤਾਂ ਤਿਆਰ ਬੈਠਾ ਪੂਰਾ ਝਪਟ ਮਾਰਨ ਵਾਸਤੇ। ਉਹ ਘੇਰਾਬੰਦੀ ਤੰਗ ਕੀਤੀ ਆਉਂਦਾ ਓਨਾ ਹੀ, ਉਹਨੂੰ ਪਤਾ ਵੀ ਇਹਨਾਂ ਦਾ ਸਮਾਂ ਮੁੱਕਣਾ। ਅਤੇ ਸਾਡਾ ਜਿਹੜਾ ਮਨ ਹੈ ਉਹ ਇਸ ਗੱਲ ਤੋਂ ਬੇਖਬਰ ਹੈ। ਉਹਨੂੰ ਪਤਾ ਨਹੀਂ ਵੀ ਮੇਰਾ ਸਮਾਂ ਘਟਦਾ ਜਾ ਰਿਹਾ ਹੈ, ਵੀ ਜਿਹੜੇ ਕਰਮ ਵਾਸਤੇ ਮੈਂ ਆਇਆ ਉਹ ਮੈਂ ਫਟਾਫਟ ਆਪਦਾ ਕਰ ਲਾਂ, ਸਵਾਰ ਲਾਂ, ਤਾਂ ਕਿ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਆਪਦਾ ਸਿੱਧਾ ਹੀ ਘਰ ਚਲਿਆ ਜਾਵਾਂ। ਜਦੋਂ ਸਮਾਂ ਖਤਮ ਹੋਵੇ, ਕਰਮ ਸਵਾਰਿਆ ਹੋਏਗਾ, ਅਤੇ ਆਪਾਂ ਨੂੰ ਕੋਈ ਫਿਕਰ, ਕੋਈ ਚਿੰਤਾ ਨਹੀਂ ਹੋਣੀ। ਜਦੋਂ ਵਾਪਸ ਬੁਲਾਉਣਗੇ ਅਸੀਂ ਖੁਸ਼ੀ ਖੁਸ਼ੀ ਚਲੇ ਜਾਣਾ ਆਪ ਹੀ, ਕਿਉਂਕਿ ਤਿਆਰੀ ਕੀਤੀ ਹੋਈ ਹੈ। ਹੁਣ ਇਹਦੇ ਵਾਸਤੇ ਵੀ ਸਾਨੂੰ ਪੂਰੀ ਤਿਆਰੀ ਕਰਨੀ ਪੈਂਦੀ। ਜਿਵੇਂ ਸੰਸਾਰ ਦਾ ਕੋਈ ਵੀ ਆਪਾਂ ਕਰਮ ਕਰਦੇ ਹਾਂ, ਉਹਦੇ ਵਾਸਤੇ ਕਿੰਨਾ ਸਮਾਂ ਜੀਵ ਪਹਿਲਾਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ। ਕੋਈ ਵੀ ਆਪਾਂ ਸੰਸਾਰ ਦਾ ਕਾਰਜ ਕਰਦੇ ਹਾਂ, ਕਿੰਨੇ ਦਿਨ ਪਹਿਲਾਂ, ਮਹੀਨੇ ਪਹਿਲਾਂ ਜੀਵ ਤਿਆਰੀਆਂ 'ਤੇ ਲੱਗ ਜਾਂਦੇ। ਸੋ ਇਸੇ ਤਰ੍ਹਾਂ ਹੀ ਇਹ ਮੌਤ ਦੀ ਵੀ ਤਿਆਰੀ ਸਾਡੀ, ਜਿਹੜੀ ਸਾਡਾ ਸਮਾਂ ਖਤਮ ਹੋਣਾ, ਅਸੀਂ ਮਰਨਾ, ਇਹ ਤਾਂ ਗੱਲ ਪੂਰੀ ਸੱਚ ਹੈ। ਸੰਸਾਰ ਦੇ ਵਿੱਚ ਹੋਰ ਤਾਂ ਜੋ ਅਸੀਂ ਸੋਚਦੇ ਹਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਪਰ ਇਹ ਤਾਂ ਗੱਲ ਬਿਲਕੁਲ ਸੱਚ ਹੈ ਵੀ ਅਸੀਂ ਮਰਨਾ ਤਾਂ ਹੈਗਾ ਹੀ ਹੈਗਾ। ਕਿਉਂਕਿ ਆਪਾਂ ਮਰਨ ਲਿਖਾ ਕੇ ਆਉਂਦੇ ਹਾਂ, ਪਹਿਲਾਂ ਸਾਤੋਂ ਮਰਨ ਲਿਖਾ ਕੇ ਫਿਰ ਇਸ ਲੋਕ ਦੇ ਵਿੱਚ ਆਪਾਂ ਨੂੰ ਭੇਜਿਆ ਜਾਂਦਾ ਹੈ। ਮਹਾਰਾਜ ਫਰਮਾਉਂਦੇ ਮਰਨ ਲਿਖਾਏ ਮੰਡਲ ਮੇ ਆਏ, ਵੀ ਇਹਨੂੰ ਮਿਰਤ ਮੰਡਲ ਕਹਿੰਦੇ। ਅਸੀਂ ਮਰਨ ਲਿਖਾ ਕੇ ਆਏ ਹਾਂ ਅਸੀਂ, ਅਤੇ ਫਿਰ ਇੱਧਰ ਆਏ ਹਾਂ, ਅਤੇ ਇਸ ਕਰਕੇ ਇੱਥੋਂ ਜਾਣਾ ਹੀ ਜਾਣਾ, ਸਦਾ ਨਹੀਂ ਰਹਿ ਸਕਦੇ ਜੀ। ਕੋਈ ਵੀ ਨਹੀਂ ਰਿਹਾ, ਜਿਹੜਾ ਵੀ ਆਇਆ ਉਹਨੇ ਵਾਪਸ ਜਾਣਾ ਹੀ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਬਈ ਆਪੋ ਆਪਣੀ ਵਾਰੀ ਮੁਤਾਬਕ ਸੰਸਾਰ ਦੇ ਵਿੱਚੋਂ ਜੀਵਾਂ ਨੇ ਚਲੇ ਜਾਣਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸੰਸਾਰ ਦੀ ਅਸੀਂ ਐਸੀ ਅਚਰਜ ਖੇਲ ਦੇਖੀਏ, ਬਈ ਜੀਵ ਸਾਡੇ ਸਾਹਮਣੇ ਜਾ ਰਹੇ, ਪਰ ਫਿਰ ਵੀ ਜੀਵ ਇਹ ਸੰਸਾਰ ਨੂੰ ਅਸਤਰ ਕਰਕੇ ਮੰਨਦਾ। ਉਹ ਸਮਝਦਾ ਵੀ ਉਹ ਗਿਆ, ਮੈਂ ਨਹੀਂ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸੇ ਇੱਕ ਅਸਤਰ ਕਰ ਮਾਨੇ, ਅਚਰਜ ਲਖਿਓ ਨਾ ਜਾਈ। ਕਹਿੰਦੇ ਵੀ ਇੱਕ ਤਾਂ ਸਾਡੇ ਸਾਹਮਣੇ ਜੀਵ ਜਾ ਰਹੇ ਆ, ਰੋਜ਼ ਹੀ ਜਾ ਰਹੇ ਨੇ, ਕੋਈ ਨਾ ਕੋਈ ਜਾਂਦਾ ਹੀ ਹੈ। ਆਪਾਂ ਦੇਖਦੇ ਹੀ ਸੰਸਾਰ ਦੇ ਵਿੱਚ, ਕਿਤੇ ਕੋਈ ਚਲਾ ਗਿਆ, ਕਿਤੇ ਕੋਈ ਚਲਾ ਗਿਆ, ਸਾਹਮਣੇ ਜਾ ਰਹੇ, ਪਰ ਫਿਰ ਵੀ ਅਸੀਂ ਇਹਨੂੰ ਅਸਤਰ ਕਰਕੇ ਮੰਨਿਆ ਹੋਇਆ ਵੀ ਅਸੀਂ ਨਹੀਂ ਜਾਣਾ। ਹੋਰ ਕੋਈ ਜਾਂਦੇ ਤਾਂ ਜਾਣ, ਵੀ ਅਸੀਂ ਨਹੀਂ ਜਾਂਦੇ ਹੈ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਸਾਨੂੰ ਰੋਜ਼ ਦੀ ਰੋਜ਼ ਸੰਦੇਸ਼ੇ ਮਾਲਕ ਭੇਜਦਾ ਹੀ ਰਹਿੰਦਾ ਹੈ, ਵੀ ਤਾਂ ਕਿ ਸਾਨੂੰ ਦੇਖ ਕੇ ਹੀ ਉਹਨਾਂ ਨੂੰ ਸਮਝ ਲੱਗ ਜੀ ਵੀ ਉਹ ਜਾ ਰਹੇ ਨੇ, ਵੀ ਅਸੀਂ ਵੀ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ, ਵੀ ਸਾਡੀ ਵੀ ਵਾਰੀ ਆਉਣੀ ਆਉਣੀ। ਵੀ ਇਸ ਕਰਕੇ ਅਸੀਂ ਜਿੱਥੇ ਜਾਣਾ ਮਰਨ ਤੋਂ ਬਾਅਦ, ਅਸੀਂ ਉਹ ਥਾਂ ਪਹਿਲਾਂ ਹੀ ਦੇਖ ਲਈਏ, ਪਹਿਲਾਂ ਹੀ ਅਸੀਂ ਉਹ ਘਰ ਦੇ ਵਿੱਚ ਆਉਣ ਜਾਣ ਬਣਾ ਲਈਏ। ਜੇ ਦੇਖਿਆ ਹੋਏਗਾ ਅਤੇ ਸਾਡਾ ਮੌਤ ਦਾ ਭੈ ਜਿਹੜਾ ਉਹ ਖਤਮ ਹੋ ਜਾਂਦਾ। ਭਾਈਆਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ, ਜਿਉਂਦੇ ਜੀ ਉੱਥੇ ਪਹਿਲਾਂ ਪਹੁੰਚੋ, ਅਤੇ ਪਹਿਲਾਂ ਉਹ ਘਰ ਦੇਖ ਲਓ ਵੀ ਕਿੱਥੇ ਜਾਣਾ, ਪਹਿਲਾਂ ਹੀ ਉੱਥੇ ਆਉਣ ਜਾਣ ਬਣਾ ਲਓ।
ਤੇ ਜੇ ਕਹਿੰਦੇ ਨਹੀਂ ਪਤਾ ਵੀ ਕਿੱਥੇ ਜਾਣਾ, ਤੇ ਤੁਸੀਂ ਗੁਰੂ ਦੀ ਸ਼ਰਨ 'ਚ ਆਓ, ਗੁਰੂ ਤੋਂ ਪੁੱਛੋ। ਮਾਰੇ ਫਰਮਾਉਂਦੇ ਅੰਤਰ ਕੀ ਗਤ ਜਾਣੀਏ, ਗੁਰ ਮਿਲਿਆ ਸ਼ੰਕ ਅਤਾਰ, ਮੋਇਆਂ ਜਿਤ ਕਰ ਜਾਈਏ, ਤੈਤ ਜੀਵਤ ਅਮਰ ਮਾਰ। ਬਈ ਜਿਸੇ ਮਰ ਕੇ ਜਾਈਦਾ, ਕਹਿੰਦੇ ਜਿਉਂਦੇ ਜੀ ਉੱਥੇ ਪਹੁੰਚੋ ਪਹਿਲਾਂ। ਹੁਣ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ, ਉੱਥੇ ਅਸੀਂ ਜਿਉਂਦੇ ਜੀ ਮਰ ਕੇ ਜਾ ਸਕਦੇ ਹਾਂ। ਪਹਿਲਾਂ ਸਾਨੂੰ ਮਰਨਾ ਪਏਗਾ, ਫਿਰ ਜਾਵਾਂਗੇ, ਉੱਦਾਂ ਨਹੀਂ ਜਾ ਸਕਦੇ। ਜਿਵੇਂ ਹੁਣ ਸੰਸਾਰ ਦੇ ਵਿੱਚ ਤਾਂ ਜਿਹੜਾ ਵੀ ਜੀਵ ਦੇਹ ਛੱਡ ਜਾਂਦਾ, ਮਰ ਜਾਂਦਾ, ਉਹ ਬਾਅਦ 'ਚ ਆ ਕੇ ਦੱਸਦਾ ਨਹੀਂ ਆਪਾਂ ਨੂੰ ਵੀ ਅੱਗੇ ਉਹਦੇ ਨਾਲ ਕੀ ਬੀਤੀ, ਕੀ ਹੋਇਆ, ਕਿੱਥੇ ਗਿਆ, ਕਿਹੜੇ ਰਾਹ ਗਿਆ, ਕੀ ਕੁਝ ਉਹਨੂੰ ਅੱਗੇ ਸਹਾਰਨਾ ਪਿਆ, ਉਹ ਆ ਕੇ ਕੋਈ ਜੀਵ ਦੱਸਦਾ ਨਹੀਂ। ਅਤੇ ਨਾ ਹੀ ਬਾਅਦ 'ਚੋਂ ਕੋਈ ਜਾਣਨ ਦੀ ਕੋਸ਼ਿਸ਼ ਕਰਦੇ ਜੀਵ ਸੰਸਾਰ ਦੇ ਵਿੱਚ, ਵੀ ਸਾਰੀ ਉਮਰ ਸਾਡੇ ਨਾਲ ਰਿਹਾ, ਸਾਡੀ ਖਾਤਰ ਕੰਮ ਕਰਦਾ ਰਿਹਾ ਸਾਰੀ ਉਮਰ, ਵੀ ਹੁਣ ਕਿੱਥੇ ਚਲਾ ਗਿਆ, ਉਹਨੂੰ ਲੱਭੀਏ ਤਾਂ ਸਹੀ, ਉਹਦੀ ਤਲਾਸ਼ ਤਾਂ ਕਰੀਏ ਵੀ ਕਿੱਥੇ ਗਿਆ। ਉਹ ਥੋੜ੍ਹਾ ਸਮਾਂ ਜੀਵ ਰੋਂਦੇ ਵੀ ਉਹਨੂੰ ਨਹੀਂ, ਉਹਦੇ ਕੰਮ ਨੂੰ ਰੋਂਦੇ ਵੀ, ਕਿਉਂਕਿ ਉਹਦੀ ਖਾਤਰ ਕੰਮ ਚੱਲਦਾ ਹੁੰਦਾ, ਜੀਵ ਕਰਮ ਕਰਦਾ। ਅਤੇ ਉਹ ਥੋੜ੍ਹਾ ਸਮਾਂ ਜਦੋਂ ਉਹਨਾਂ ਨੂੰ ਔਖਾ ਲੱਗਦਾ, ਅਤੇ ਜਦੋਂ ਉਹ ਕੰਮ ਚੱਲ ਪੈਂਦਾ ਅਤੇ ਫਿਰ ਭੁੱਲ ਜਾਂਦੇ ਹੌਲੀ ਹੌਲੀ। ਸੋ ਇਸੇ ਤਰ੍ਹਾਂ ਹੀ ਫਿਰ ਮਾਰੇ ਸਮਝਾਉਂਦੇ ਵੀ ਜਾਂ ਤਾਂ ਕੋਈ ਜਿਉਂਦੇ ਜੀ ਮਰਿਆ ਹੋਵੇ, ਮਰਨ ਤੋਂ ਬਾਅਦ ਉਹ ਫਿਰ ਜਿਉਂਦਾ ਹੋਇਆ ਹੋਵੇ, ਫਿਰ ਉਹ ਸਾਨੂੰ ਦੱਸ ਸਕਦਾ ਅੱਗੇ ਦੀ, ਵੀ ਅੱਗੇ ਕੀ ਬੀਤਦੀ ਹੈ, ਕੀ ਹੁੰਦਾ ਅੱਗੇ। ਹੁਣ ਗੁਰਮਤਿ ਦੇ ਵਿੱਚ, ਗੁਰਬਾਣੀ ਗੁਰੂ ਵਿੱਚ ਫਿਰ ਆਪਾਂ ਨੂੰ ਜਿਉਂਦੇ ਜੀ ਮਰਨਾ ਸਿਖਾਇਆ, ਵੀ ਅਸੀਂ ਪਹਿਲਾਂ ਜਿਉਂਦੇ ਜੀ ਮਰਨਾ, ਅਤੇ ਮਰਨ ਤੋਂ ਬਾਅਦ ਫਿਰ ਜਿਉਂਦੇ ਹੋਣਾ। ਜਿਹੜੇ ਗੁਰਮੁਖਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ ਸ਼ਬਦ ਦੁਆਰਾ, ਮਰਨ ਤੋਂ ਬਾਅਦ ਫਿਰ ਸਤਿਗੁਰੂ ਉਹਨਾਂ ਨੂੰ ਜਿਉਂਦੇ ਕਰ ਦਿੰਦੇ, ਜਿਸ ਨੂੰ ਮਹਾਰਾਜ ਕਹਿੰਦੇ ਸਤਿਗੁਰ ਮੇਰਾ ਮਾਰ ਜਿਵਾਲੀ, ਵੀ ਸਤਿਗੁਰੂ ਸਾਡਾ ਐਸਾ ਜਿਹੜਾ ਮਾਰ ਕੇ ਫਿਰ ਸਾਨੂੰ ਜਿਉਂਦਿਆਂ ਕਰ ਦਿੰਦਾ। ਜੇ ਅਸੀਂ ਸ਼ਬਦ ਦੁਆਰਾ ਮਰ ਜੀਏ, ਅਤੇ ਉਹ ਸਾਨੂੰ ਫਿਰ ਸਾਡੇ ਮੁੱਖ 'ਚ ਅੰਮ੍ਰਿਤ ਪਾ ਕੇ ਸਦਾ ਵਾਸਤੇ ਅਮਰ ਕਰ ਦਿੰਦੇ, ਸਦਾ ਵਾਸਤੇ ਜਿਉਂਦੇ ਕਰ ਦਿੰਦੇ ਨੇ। ਤਾਈਓ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਉਹਨਾਂ ਭਗਤਾਂ ਨੇ, ਗੁਰਮੁਖਾਂ ਨੇ ਸਾਨੂੰ ਉਹ ਕਹਾਣੀ ਦੱਸੀ ਮਰਨ ਤੋਂ ਬਾਅਦ ਦੀ, ਅੱਗੇ ਦੀ, ਬਈ ਮਰਨ ਤੋਂ ਬਾਅਦ ਅੱਗੇ ਕੀ ਹੁੰਦਾ ਹੈ, ਕਿਹੜੇ ਰਸਤੇ ਜਿਹੜੇ ਮਨਮੁਖ ਨੇ ਉਹ ਜਾਂਦੇ ਨੇ, ਗੁਰਮੁਖ ਨੇ ਜਿਹੜੇ ਉਹ ਕਿਹੜੇ ਰਸਤੇ ਜਾਂਦੇ, ਉਹ ਸਾਰਾ ਫਿਰ ਉਹਨਾਂ ਨੇ ਆਪਾਂ ਨੂੰ ਦੇਖ ਕੇ ਦੱਸਿਆ। ਇਹਨੂੰ ਕਹਿੰਦੇ ਸਾਡੇ ਮਨ ਦੀ ਸਾਖੀ। ਇਹ ਇੱਕ ਤਾਂ ਸਾਖੀਆਂ ਹੁੰਦੀਆਂ ਵੀ ਜਿਹੜੀਆਂ ਆਪਾਂ ਸੰਸਾਰ 'ਚ ਸੁਣਦੇ ਹਾਂ, ਕਿਸੇ ਰਾਜਿਆਂ ਦੀਆਂ, ਮਹਾਰਾਜਿਆਂ ਦੀਆਂ ਜੋੜ ਜੋੜ ਕੇ ਸੁਣਾ ਦੇਣੀਆਂ। ਉਹਦਾ ਹੁਣ ਪਤਾ ਨਹੀਂ ਹੁੰਦਾ ਵੀ ਅਸਲੀਅਤ ਵੀ ਹੈ ਕਿ ਜਾਂ ਉੱਦਾਂ ਹੀ ਜੋੜੀਆਂ, ਕਿਉਂਕਿ ਜਾਂ ਤਾਂ ਗੁਰਬਾਣੀ ਗੁਰੂ ਦੁਆਰਾ ਮੋਹਰ ਲੱਗੀ ਹੋਵੇ ਫਿਰ ਤਾਂ ਅਸੀਂ ਉਹਨੂੰ ਸੱਚ ਮੰਨ ਸਕਦੇ ਹਾਂ, ਵੀ ਕਿਉਂਕਿ ਗੁਰਬਾਣੀ ਗੁਰੂ ਕਹਿ ਰਹੇ ਨੇ। ਅਤੇ ਇੱਕ ਤਾਂ ਉਹ ਸਾਖੀਆਂ ਵੀ ਜਿਹੜੀਆਂ ਸੰਸਾਰ 'ਚ ਜੀਵ ਸੁਣਾਉਂਦੇ, ਇੱਕ ਸਾਖੀ ਸਾਡੇ ਮਨ ਦੀ, ਉਹ ਆਪਾਂ ਨੂੰ ਫਿਰ ਗੁਰਬਾਣੀ ਗੁਰੂ ਵਿੱਚ ਸੰਤਾਂ ਨੇ ਸੁਣਾਈ, ਬਈ ਜਿਹੜੀ ਉਹਨਾਂ ਨੇ ਆਪਦੀਆਂ ਅੱਖਾਂ ਦੁਆਰਾ ਹੁੰਦੀ ਹੋਈ ਦੇਖੀ ਜਗ ਬੀਤੀ, ਉਹ ਉਹਨਾਂ ਨੇ ਗੁਰਬਾਣੀ 'ਚ ਲਿਖਤੀ ਰੂਪ ਵਿੱਚ ਸਾਨੂੰ ਦੱਸ ਦਿੱਤਾ ਵੀ ਅੱਗੇ ਆਹ ਕੁਝ ਹੁੰਦਾ ਵੀ ਤੁਸੀਂ ਭਰਮ 'ਚ ਨਾ ਰਹੋ, ਵੀ ਅੱਗਾ ਕਿਹੜਾ ਕਿਸੇ ਨੇ ਦੇਖੀ। ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਆਪਾਂ ਨੂੰ ਫਿਰ ਉਹ ਲਿਖਤੀ ਰੂਪ ਵਿੱਚ ਦੱਸਿਆ। ਮਾਰੇ ਫਰਮਾਉਂਦੇ ਸੁਣ ਸੰਤਨ ਕੀ ਸਾਚੀ ਸਾਖੀ, ਸੋ ਬੋਲੇ ਜੋ ਵੇਖੇ ਅੱਖੀ, ਵੀ ਜੋ ਉਹਨਾਂ ਨੇ ਦੇਖੀ ਉਹ ਉਹਨਾਂ ਨੇ ਆਪਾਂ ਨੂੰ ਦੱਸ ਦਿੱਤੀ ਵੀ ਆਹ ਹੁੰਦਾ ਹੈ ਅੱਗੇ ਕੁਛ। ਹੁਣ ਇਹ ਸੁਤੇ ਹੋਏ ਮਨ ਨੂੰ
ਅੱਗਾ ਦਿਖਾਈ ਨਹੀਂ ਦਿੰਦਾ। ਸੁੱਤੇ ਹੋਏ ਮਨ ਨੂੰ ਪਤਾ ਨਹੀਂ ਲੱਗਦਾ ਵੀ ਅੱਗਾ ਕਿੱਥੇ ਹੈ, ਜਾਣਾ ਕਿੱਥੇ ਹੈ। ਜਿਵੇਂ ਆਮ ਜੀਵ ਕਹਿੰਦੇ ਵੀ ਅੱਗਾ ਕਿਹੜਾ ਕਿਸੇ ਨੇ ਦੇਖਿਆ ਜੀ, ਨਰਕ ਸਵਰਗ ਸਾਰਾ ਕੁਛ ਇੱਥੇ ਹੀ ਹੈ। ਜਿਹੜਾ ਜੀਵ ਕਰਦਾ ਜਿੱਦਾਂ ਦੀ ਉੱਦਾਂ ਦੀ ਇੱਥੇ ਹੀ ਭਰਦਾ ਹੈ। ਉਹ ਤਾਂ ਸਿਰਫ ਸਾਡੀਆਂ ਕਹਿਣ ਦੀਆਂ ਗੱਲਾਂ। ਅਸਲ ਦੇ ਵਿੱਚ ਵਿਵਸਥਾ ਸਾਡੇ 'ਤੇ ਉਦੋਂ ਪੈਂਦੀ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਸਵਾਸਾਂ ਦਾ ਧਨ ਖਤਮ ਹੁੰਦਾ ਹੈ। ਫਿਰ ਉਦੋਂ ਕਹਿੰਦੇ ਗੁਰਬਾਣੀ 'ਚ ਵੀ ਹੁਣ ਮੁਸੀਬਤ ਪੈ ਗਈ, ਹੁਣ ਔਖੀ ਘੜੀ ਆ ਗਈ, ਹੁਣ ਦੇਖੋ ਇਹਨਾਂ ਦਾ ਸਾਥ ਕੌਣ ਦਊਗਾ। ਉਦੋਂ ਸਾਡਾ ਕੋਈ ਸਾਥ ਨਹੀਂ ਦਿੰਦਾ। ਜਿਨ੍ਹਾਂ ਦੀ ਖਾਤਰ ਅਸੀਂ ਸਾਰੀ ਉਮਰ ਲੱਗੇ ਰਹਿੰਦੇ ਭੱਜ ਦੌੜ ਕਰਨ, ਉਹ ਸਾਰੇ ਪਾਸੇ ਹਟ ਜਾਂਦੇ। ਇਸ ਅਵਸਥਾ 'ਚ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇਹੀਂ ਆਪਣਾ ਵਿਰਦ ਸੰਭਾਲੇ। ਵੀ ਇਹ ਔਖੀ ਘੜੀ ਵੀ ਜਿਹੜੇ ਸੰਗੀ ਸਾਥੀ ਸੀ ਉਹ ਸਭ ਸਾਥ ਛੱਡ ਕੇ ਪਾਸੇ ਹਟ ਜਾਂਦੇ। ਇਸੇ ਨੂੰ ਮਹਾਰਾਜ ਕਹਿੰਦੇ ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਫਤ ਮੈਂ ਟੇਕ ਏਕ ਰਘੂਨਾਥ। ਉਦੋਂ ਬਿਫਤਾ ਪੈ ਗਈ ਜਦੋਂ ਸਮਾਂ ਖਤਮ ਹੋਇਆ। ਜਿਹੜੇ ਇੱਧਰ ਸਾਕ ਸੰਬੰਧੀ ਰਿਸ਼ਤੇਦਾਰ ਧੀਆਂ ਪੁੱਤਰ ਸੀਗੇ ਸਭ ਸਾਥ ਛੱਡ ਕੇ ਪਾਸੇ ਹਟ ਜਾਂਦੇ, ਕਿਉਂਕਿ ਉਹ ਸਰੀਰ ਨੂੰ ਪਿਆਰ ਕਰਦੇ ਸੀ। ਸਰੀਰ ਉਹਨਾਂ ਦੇ ਕੋਲ ਹੀ ਪਿਆ ਹੁੰਦਾ ਅਤੇ ਫਿਰ ਸਰੀਰ ਨੂੰ ਵੀ ਨਹੀਂ ਜੀ ਬਾਹਲਾ ਟਾਈਮ ਰੱਖਦੇ। ਕਹਿੰਦੇ ਰਾਤ ਨਹੀਂ ਰੱਖਣਾ, ਛੇਤੀ ਸੰਸਕਾਰ ਕਰ ਦਿਓ। ਮਰੇ ਹੋਏ ਬੰਦੇ ਨੂੰ ਘਰੇ ਨਹੀਂ ਰੱਖੀਦਾ ਰਾਤ ਨੂੰ। ਇਹ ਜਾਣੀ ਦੀ ਇੰਨਾ ਕੁ ਸੰਸਾਰ ਦਾ ਇਹ ਪਿਆਰ ਹੈ ਝੂਠਾ। ਤਾਈਓ ਗੁਰਬਾਣੀ 'ਚ ਇਸ ਨੂੰ ਆਖੇ ਬਈ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਾਡੇ ਨੇ, ਜੇ ਉਹ ਸਾਡੇ ਹੋਣ ਅਤੇ ਜਦੋਂ ਸਾਡੇ 'ਤੇ ਵਿਵਸਥਾ ਪੈਂਦੀ ਉਦੋਂ ਸਾਡਾ ਸਾਥ ਦੇਣ, ਪਰ ਉਦੋਂ ਵਿਵਸਥਾ 'ਚ ਸਾਡਾ ਕੋਈ ਸੰਗੀ ਸਾਥੀ ਬਣਦਾ ਹੀ ਨਹੀਂ ਹੈ। ਜਿਵੇਂ ਹੁਣ ਆਪਾਂ ਦੇਖ ਲਈਏ ਵੀ ਆਪਾਂ ਕਿਹੜਾ ਕਿਸੇ ਦੇ ਸੰਗੀ ਸਾਥੀ ਬਣੇ ਜਿਹੜੇ ਆਪਣੇ ਚਲੇ ਗਏ, ਜਿਹੜੇ ਆਪਣੇ ਬਜ਼ੁਰਗ ਚਲੇ ਗਏ ਜਾਂ ਹੋਰ ਆਪਣੇ ਸੰਗੀ ਸਾਥੀ ਸਾਕ ਸੰਬੰਧੀ ਗਏ, ਜਿਹੜੇ ਸੰਸਾਰ ਦੇ ਵਿੱਚੋਂ ਆਪਾਂ ਕਿੰਨਾ ਕੁ ਉਹਨਾਂ ਦੇ ਨਾਲ ਖੜ੍ਹੇ ਜਾ ਕੇ ਆਪਾਂ ਕਿੰਨਾ ਕੁ ਦੇਖਿਆ ਵੀ ਉਹ ਕਿੱਥੇ ਗਏ ਨੇ ਜਾਂ ਉਹਨਾਂ ਦੀ ਕੀ ਹਾਲਤ ਹੋਈ ਅੱਗੇ, ਕਿਹੜੇ ਰਾਹ ਗਏ। ਜੇ ਆਪਾਂ ਨਹੀਂ ਕਿਸੇ ਦਾ ਸਾਥ ਦਿੱਤਾ ਅਤੇ ਸਾਥ ਆਪਣਾ ਵੀ ਨਹੀਂ ਕਿਸੇ ਨੇ ਦੇਣਾ। ਤਾਈਓ ਮਾਰੇ ਕਹਿੰਦੇ ਵੀ ਇੱਥੇ ਤਾਂ ਆਪੋ ਆਪਣਾ ਹੈ, ਇਹ ਤਾਂ ਸਿਰਫ ਇੱਕ ਸੰਜੋਗ ਹੈ ਸਾਡਾ। ਬਈ ਇਹ ਧੀਆਂ ਪੁੱਤਰ ਸਾਕ ਸੰਬੰਧੀ ਇਹ ਸਿਰਫ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋਏ ਹਾਂ। ਅਤੇ ਮਨਮੁਖ ਜੀਵ ਕਹਿੰਦਾ ਵੀ ਮੇਰੇ ਨੇ। ਮਾਰੇ ਗੁਰਬਾਣੀ 'ਚ ਫਰਮਾਉਂਦੇ ਧੀਆਂ ਪੂਤ ਸੰਜੋਗ ਮਨਮੁਖ ਜਾਣੇ ਆਪਣੇ। ਮਨਮੁਖ ਕਹਿੰਦਾ ਮੇਰੇ ਨੇ ਅਤੇ ਮਾਰੇ ਕਹਿੰਦੇ ਸੰਜੋਗ ਹੈ ਤੁਹਾਡੇ ਨਹੀਂ। ਇਹਦਾ ਤੁਸੀਂ ਪਤਾ ਨਹੀਂ ਪਹਿਲਾਂ ਕਿੰਨੀ ਕੁ ਵਾਰ ਤੁਹਾਡੇ ਸੰਜੋਗ ਜੁੜੇ, ਫਿਰ ਵਿਯੋਗ ਹੋਇਆ, ਫਿਰ ਜੁੜੇ। ਪਤਾ ਨਹੀਂ ਕਿੰਨੀ ਕੁ ਵਾਰ ਜਿਨ੍ਹਾਂ ਨੂੰ ਅਸੀਂ ਹੁਣ ਅੱਜ ਕਹਿੰਦੇ ਹਾਂ ਸਾਡੇ ਧੀਆਂ ਪੁੱਤ, ਉਹ ਪਹਿਲਾਂ ਆਪਣੇ ਮਾਂ ਪਿਓ ਬਣਦੇ ਰਹੇ ਜਾਂ ਆਪਾਂ ਉਹਨਾਂ ਦੇ ਮਾਂ ਪਿਓ ਬਣਦੇ ਰਹੇ। ਹੋਰ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਕਿੰਨਾ ਕੁ ਆਕਾਰਾਂ ਦੇ ਵਿੱਚੋਂ ਆਪਾਂ ਹੁੰਦੇ ਆ ਰਹੇ। ਤਾਈਓ ਮਾਰੇ ਕਹਿੰਦੇ ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਹੋਏ। ਪਤਾ ਹੀ ਨਹੀਂ ਬਈ ਅਸੀਂ ਕਿੰਨੀ ਵਾਰ ਮਰ ਮਰ ਕੇ ਜੰਮੇ, ਕਿੰਨੀ ਵਾਰ ਸਾਡੇ ਸੰਜੋਗ ਜੁੜੇ, ਜੁੜ ਜੁੜ ਵਿਛੜੇ, ਵਿਛੜ ਜੁੜੇ। ਸੋ ਇਸ ਵਾਸਤੇ ਜਿਨ੍ਹਾਂ ਨੂੰ ਹੁਣ ਅੱਜ ਆਪਾਂ ਕਹਿੰਦੇ ਵੀ ਸਾਡੇ ਨੇ, ਕੱਲ੍ਹ ਉਹ ਕਿਸੇ ਹੋਰ ਦੇ ਸੀ, ਸੰਜੋਗ ਸੀ ਉਹਨਾਂ ਦਾ। ਪਹਿਲਾਂ ਵੀ ਸੀ ਉਹ, ਇਹ ਤਾਂ ਨਹੀਂ ਵੀ ਹੁਣ ਨਵੇਂ ਆਏ ਨੇ ਸੰਸਾਰ 'ਚ। ਜਦੋਂ ਆਪਣੇ ਨਾਲ ਨਹੀਂ ਸੀ ਸੰਜੋਗ ਉਹਨਾਂ ਦਾ, ਉਹ ਪਹਿਲਾਂ ਵੀ ਸੀਗੇ। ਪਹਿਲਾਂ ਕਿਸੇ ਹੋਰ ਦੇ ਸੰਜੋਗੀ ਸੀ, ਪਹਿਲਾਂ ਕਿਸੇ ਹੋਰ ਨਾਲ ਸੀ। ਹੁਣ ਆਪਣੇ ਨਾਲ ਸੰਜੋਗ ਹੋ ਗਏ ਅਤੇ ਜਦੋਂ ਆਪਾਂ ਨਹੀਂ ਰਹਿਣਾ ਉਹਨਾਂ ਨੇ ਵੀ ਨਹੀਂ ਰਹਿਣਾ। ਅਤੇ ਜੇ ਹੁਣ ਅਸੀਂ ਮਾਲਕ ਦੇ ਨਾਲ ਨਹੀਂ ਮਿਲਾਪ ਕਰਦੇ ਅਤੇ ਗਾਂ ਹੋਰ ਜੂਨਾਂ 'ਚ ਚਲੇ ਜਾਵਾਂਗੇ, ਹੋਰ ਗਾਂ ਸੰਜੋਗੀ ਬਣ ਜਾਣਗੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਆਪੋ ਆਪਣਾ ਖੇਲ ਹੈ, ਇਹ ਸਿਰਫ ਸੰਜੋਗ ਹੈ। ਨਾ ਕੋਈ ਕਿਸੇ ਦਾ ਪੁੱਤ, ਨਾ ਕੋਈ ਕਿਸੇ ਦੀ ਮਾਂ।
ਇਹ ਸਿਰਫ ਮਹਾਰਾਜ ਕਹਿੰਦੇ ਵੀ ਝੂਠੇ ਮੋਹ ਦੇ ਵਿੱਚ, ਭਰਮ ਦੇ ਵਿੱਚ ਅਸੀਂ ਪਏ ਹੋਏ ਹਾਂ। ਭਰਮਾਉਂਦੇ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹ ਭਰਮ ਭੁਲਾਈ। ਮਹਾਰਾਜ ਕਹਿੰਦੇ ਝੂਠਾ ਮੋਹ ਤੇ ਭਰਮ ਦੇ ਵਿੱਚ ਬਈ ਜਿਹੜਾ ਸਾਡਾ ਅਸਲ ਮਾਂ ਪਿਓ ਉਹਦੀ ਪਹਿਚਾਣ ਨਹੀਂ, ਉਹਨੂੰ ਅਸੀਂ ਆਪਦਾ ਨਹੀਂ ਸਮਝਦੇ, ਅਤੇ ਜਿਨ੍ਹਾਂ ਨੂੰ ਆਪਦੇ ਸਮਝਦੇ ਉਹ ਸਾਡੇ ਹੈ ਨਹੀਂ। ਜਿਹੜਾ ਸਾਡਾ ਆਪਦਾ ਉਹਨੂੰ ਅਸੀਂ ਬੇਗਾਨਾ ਬਣਾਇਆ ਹੋਇਆ, ਉਹਨੂੰ ਜਾਣਦੇ ਨਹੀਂ ਹੈ। ਤਾਂਹੀਓ ਮਹਾਰਾਜ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਵੈਰਾਈ ਤਾਸਿਓ ਪ੍ਰੀਤ। ਵੀ ਜਿਹੜਾ ਤਾਂ ਹਰ ਸਮੇਂ ਸੰਗ ਹੈ ਸਾਡਾ ਆ, ਸਹਾਈ ਜਿਹਨੇ ਹੋਣਾ, ਜਿਹੜਾ ਇੱਥੇ ਵੀ ਸਹਾਈ ਉੱਥੇ ਵੀ ਸਹਾਈ, ਹਰ ਥਾਂ 'ਤੇ ਸਾਡੇ ਨਾਲ ਸਹਾਈ, ਉਹਨੂੰ ਜੀਵ ਆਪਦੇ ਚਿੱਤ 'ਚ ਵਸਾਉਂਦਾ ਨਹੀਂ, ਉਹਨੂੰ ਮਨ 'ਚ ਨਹੀਂ ਵਸਾਉਂਦਾ। ਅਤੇ ਜਿਹੜੀ ਮਾਇਆ ਜਿਹਨੇ ਸਾਥ ਨਹੀਂ ਦੇਣਾ, ਉਹ ਮਾਇਆ ਨੂੰ ਮਨ 'ਚ ਵਸਾਏ, ਆਕਾਰਾਂ ਨੂੰ, ਸਰੀਰਾਂ ਨੂੰ। ਸੋ ਇਸ ਵਾਸਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਅਸੀਂ ਪਹਿਲਾਂ ਹੀ ਜਿਹੜਾ ਕਾਰਜ, ਜਿਹੜੇ ਮਕਸਦ ਵਾਸਤੇ ਸੰਸਾਰ ਵਿੱਚ ਆਏ ਹਾਂ, ਬਈ ਉਸ ਮਕਸਦ ਨੂੰ ਤੁਸੀਂ ਪੂਰਾ ਕਰ ਲਓ। ਤੁਸੀਂ ਮਾਲਕ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰ ਲਓ। ਬਈ ਸਮਾਂ ਕੋਈ ਪਤਾ ਨਹੀਂ ਕਦੋਂ ਸਾਡਾ ਦਿੱਤਾ ਹੋਇਆ ਖਤਮ ਹੋ ਜਾਣਾ। ਸਾਨੂੰ ਬਚਪਨ 'ਚ ਵੀ ਬੁਲਾ ਸਕਦੇ, ਜਵਾਨੀ 'ਚ ਵੀ ਬੁਲਾ ਸਕਦੇ, ਅਤੇ ਜਦੋਂ ਵਡੇਪਾ ਆ ਗਿਆ ਫਿਰ ਤਾਂ ਜਾਣਾ ਹੀ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਕਹਿੰਦੇ ਗੱਗਾ ਗੋਬਿੰਦ ਗੁਣ ਰਬੋ, ਸਾਸ ਜਪ ਨੀਤ ਕਹਾ ਬਸਾਸਾ ਦੇ ਕਾ, ਬਿਲਮ ਨਾ ਕਰਿਓ ਮੀਤ। ਨਹਿ ਬਾਰਕ ਨਹਿ ਜੋਬਨੇ, ਨਾ ਬਿਰਦੀ ਕਿਛ ਬੰਦ, ਉਹ ਵੇਲਾ ਨਾ ਬੂਝੀਏ ਜੋ ਆਈ ਭਰੀ ਜਮ ਫੰਦ। ਸਤਿਗੁਰੂ ਕਹਿੰਦੇ ਵੀ ਇਹ ਦੇਹ ਦਾ ਕੀ ਭਰੋਸਾ, ਸਰੀਰ ਦਾ, ਵੀ ਤੁਸੀਂ ਭਗਤੀ ਕਰਨ ਲੱਗੇ ਇਹਦੇ 'ਚ ਬਿਲਮ ਨਾ, ਦੇਰੀ ਨਾ ਕਰਿਓ, ਸਿਮਰਨ ਕਰਨ ਲੱਗੇ ਆਲਸ ਨਾ ਕਰਿਓ, ਆਪਦਾ ਕਾਰਜ ਸਵਾਰਨ ਲੱਗੇ ਢਿੱਲ ਨਾ ਵਰਤਿਓ। ਬਈ ਕੋਈ ਪਤਾ ਨਹੀਂ ਸਮਾਂ ਕਦੋਂ ਖਤਮ ਹੋ ਜੇ। ਕਹਾ ਬਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ, ਵੀ ਇਹ ਜਿਹੜਾ ਸਰੀਰ ਰੂਪੀ ਭਾਂਡਾ, ਇਹ ਮਾੜਾ ਜਿਹਾ ਠਣਕਾ ਲੱਗਣੇ ਨੇ ਟੁੱਟ ਜਾਣਾ। ਜਿਵੇਂ ਕੱਚਾ ਬਰਤਨ ਹੁੰਦਾ, ਕੱਚਾ ਘੜਾ, ਮਾੜਾ ਜਿਹਾ ਵੱਜੀ ਠੋਕਰ ਤੇ ਉਦੋਂ ਹੀ ਟੁੱਟ ਜਾਂਦਾ। ਇਸੇ ਤਰ੍ਹਾਂ ਹੀ ਹੁਣ ਇਹਨੂੰ ਘੜਨ ਲੱਗੇ ਤਾਂ 6 ਮਹੀਨੇ ਲੱਗਦੇ ਮਾਂ ਦੇ ਗਰਭ ਦੇ ਵਿੱਚ, ਪਰ ਟੁੱਟਣ ਲੱਗੇ ਮਹਾਰਾਜ ਕਹਿੰਦੇ ਇੱਕ ਖੈਣ ਨਹੀਂ ਲੱਗਦਾ, ਮਾੜਾ ਜਿਹਾ ਵੱਜਿਆ ਤੇ ਟੁੱਟ ਜਾਣਾ ਇਸ ਨੂੰ। ਜਿਸ ਨੂੰ ਮਹਾਰਾਜ ਕਹਿੰਦੇ ਘੜੇਂਦੇ ਹਾਂ 6 ਮਾਹ, ਧੜਾਂਦੇ ਹਾਂ ਇੱਕ ਖੇਨੋਂ। ਬਣ ਲੱਗੇ ਤਾਂ ਇਹਨੂੰ ਭਾਂਡੇ ਨੂੰ 6 ਮਹੀਨੇ ਲੱਗ ਗਏ, ਪਰ ਟੁੱਟਣ ਲੱਗੇ ਇਹਨੂੰ ਦੇਰੀ ਨਹੀਂ ਲੱਗਦੀ। ਤਾਂ ਕਹਿੰਦੇ ਵੀ ਇਹਦਾ ਕੋਈ ਭਰੋਸਾ ਨਹੀਂ ਹੈ ਕਦੋਂ ਇਹਨੇ ਟੁੱਟ ਜਾਣਾ, ਕਦੋਂ ਦਿੱਤਾ ਹੋਇਆ ਸਮਾਂ ਜਿਹੜਾ ਉਹ ਖਤਮ ਹੋ ਜਾਣਾ, ਸਮਾਪਤ ਹੋ ਜਾਣਾ। ਬਈ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਕਾਰਜ ਕਰਨ ਵਾਸਤੇ ਸਾਨੂੰ ਮਾਲਕ ਨੇ ਭੇਜਿਆ ਉਹ ਜ਼ਰੂਰ ਕਰ ਲਿਓ। ਇਸ ਲਈ ਆਪਾਂ ਨੂੰ ਰੋਜ਼ ਸਮਝਾਉਂਦੇ, ਔਦ ਘਟੇ ਦਿਨ ਸਰੈਣ ਹਾਰੇ, ਮਨ ਗੁਰਮਿਲ ਕਾਜ ਸਵਾਰੇ। ਬਈ ਸਾਡੇ ਜਿਹੜੇ ਦਿਨ ਪਹਿਰ ਘੜੀਆਂ ਘਟਦੇ ਹੀ ਜਾ ਰਹੇ, ਸਮਾਂ ਰੋਜ਼ ਦੀ ਰੋਜ਼ ਬੀਤਦਾ ਜਾ ਰਿਹਾ। ਜਿਵੇਂ ਸਤਿਗੁਰੂ ਕਹਿੰਦੇ ਵੀ ਜਿਹੜੀ ਜਨਨੀ ਮਾਂ, ਉਹ ਆਪਦੇ ਬੱਚੇ ਨੂੰ ਜਦੋਂ ਦੇਖਦੀ, ਦੇਖ ਕੇ ਬੜਾ ਖੁਸ਼ ਹੁੰਦੀ ਵੀ ਮੇਰਾ ਬੱਚਾ, ਮੇਰਾ ਪੁੱਤ ਵੱਡਾ ਹੋ ਰਿਹਾ। ਅਤੇ ਸਤਿਗੁਰੂ ਕਹਿੰਦੇ ਵੀ ਉਹ ਵੱਡਾ ਨਹੀਂ ਹੋ ਰਿਹਾ, ਉਹ ਘਟ ਰਿਹਾ। ਵੀ ਜਿਸ ਦਿਨ ਅਸੀਂ ਇੱਧਰ ਸੰਸਾਰ 'ਚ ਆ ਜਾਂਦੇ ਹਾਂ, ਅਸੀਂ ਉਦੋਂ ਤੋਂ ਹੀ ਘਟਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਸਮਾਂ ਜਿਹੜਾ ਸਾਡਾ ਸਵਾਸਾਂ ਤੋਂ ਘਟਣ ਲੱਗ ਜਾਂਦਾ। ਵੀ ਅਸੀਂ ਵੱਧਦੇ ਨਹੀਂ ਹੈ, ਅਸੀਂ ਘਟ ਰਹੇ ਹਾਂ, ਦਿਨੋਂ ਦਿਨ ਅਸੀਂ ਘਟ ਰਹੇ ਹਾਂ, ਨਾ ਕਿ ਵੱਧ ਰਹੇ। ਸਮਾਂ ਜਿਹੜਾ ਸਾਡਾ ਉਹ ਰੋਜ਼ ਦੀ ਰੋਜ਼ ਘਟਦਾ ਜਾ ਰਿਹਾ, ਦਿਨ ਪਹਿਰ ਘੜੀਆਂ ਉਹ ਲੰਘਦਾ ਜਾ ਰਿਹਾ, ਸਮਾਂ 'ਤੇ ਘਟਦਾ ਜਾ ਰਿਹਾ।
ਹੁਣ ਆਪਾਂ ਨੂੰ ਜਿਹੜਾ ਇਹ ਸਵਾਸਾਂ ਦਾ ਧਨ ਮਿਲਿਆ ਇੱਕੋ ਵਾਰ ਮਿਲਿਆ, ਗਿਣਤੀ ਦਾ ਹੈ ਵੀ ਜਿਹਦੇ ਵਿੱਚ ਅੱਗੇ ਵਾਧਾ ਨਹੀਂ ਹੈ, ਨਾ ਘਟਦਾ ਹੈ ਅਤੇ ਨਾ ਵੱਧਦਾ। ਇੱਕ ਤਿਲ ਭਰ ਵੀ ਮਹਾਰਾਜ ਕਹਿੰਦੇ ਵੀ ਨਾ ਇਹਦੇ ਵਿੱਚ ਵਧਣਾ ਹੈ ਅਤੇ ਨਾ ਘਟਣਾ। ਜਦੋਂ ਸਾਡੇ ਮਨ ਨੂੰ ਇਹ ਧਨ ਦਿੱਤਾ ਜਾਂਦਾ, ਜੋ ਕੁਛ ਪਾਇਆ ਸੋ ਇੱਕਾ ਵਾਰ, ਵੀ ਇੱਕੋ ਵਾਰੀ ਇਹਨੂੰ ਧਨ ਦੇ ਦਿੰਦੇ ਵੀ ਆ ਤੈਨੂੰ ਇੰਨਾ ਧਨ ਦਿੱਤਾ ਹੈ ਸਵਾਸਾਂ ਦਾ। ਜੇ ਤੂੰ ਮਾਤ ਲੋਕ 'ਚ ਜਾ ਕੇ ਆਖੇ ਵੀ ਉੱਥੇ ਜਾ ਕੇ ਅਰਦਾਸਾਂ ਕਰੇ ਵੀ ਮੇਰੀ ਉਮਰ ਵਧਾ ਦਿਓ, ਅਤੇ ਵਧੇਗੀ ਨਹੀਂ। ਜੇ ਤੂੰ ਜਾ ਕੇ ਉੱਥੇ ਬੇਨਤੀਆਂ ਕਰੇ ਵੀ ਮੇਰੀ ਉਮਰ ਘਟਾ ਦਿਓ, ਮੈਨੂੰ ਚੱਕ ਲਓ, ਇਹ ਘਟਣੀ ਵੀ ਨਹੀਂ। ਨਾ ਤੇਰੇ ਕਹਿਣ ਨਾਲ ਵਧਣੀ ਹੈ ਅਤੇ ਨਾ ਤੇਰੇ ਕਹਿਣ ਨਾਲ ਘਟਣੀ ਹੈ। ਬਈ ਜਿੰਨਾ ਤੈਨੂੰ ਦਿੱਤਾ ਹੈ ਤੈਨੂੰ ਗਿਣਤੀ ਦਾ ਦਿੱਤਾ ਹੈ। ਮਹਾਰਾਜ ਕਹਿੰਦੇ ਗਣ ਘਾਲੇ ਸਭ ਦਿਵਸਾਸ, ਨਹਿ ਵੱਢਣ ਘਟਣ ਤਿਲ ਸਾਰ, ਵੀ ਇੱਕ ਤਿਲ ਭਰ ਵੀ ਇਹਦੇ 'ਚ ਵਧੇ ਘਟੇਗਾ ਨਹੀਂ। ਸੋ ਇਸ ਵਾਸਤੇ ਹੁਣ ਇਹ ਜਿਹੜਾ ਸੰਸਾਰ ਦੇ ਵਿੱਚ ਜੀਵ ਕਹਿੰਦੇ ਵੀ ਸਾਡੀ ਉਮਰ ਵਧਾ ਦਿਓ ਜਾਂ ਘਟਾ ਦਿਓ, ਇਹ ਸਾਡੀ ਅਗਿਆਨਤਾ ਹੈ। ਅਸੀਂ ਤਾਂ ਕਹਿੰਦੇ, ਜੇ ਸਾਨੂੰ ਗੁਰਬਾਣੀ ਗੁਰੂ ਦਾ ਥੋੜ੍ਹਾ ਜਿਹਾ ਵੀ ਗਿਆਨ ਹੋਵੇ, ਸੋਝੀ ਹੋਵੇ, ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਤਾਂ ਗਿਣਤੀ ਦਾ ਨਾ ਕਿਸੇ ਦੇ ਕਹਿਣ ਨਾਲ ਵਧਣਾ ਹੈ ਅਤੇ ਨਾ ਕਿਸੇ ਦੇ ਕਹਿਣ ਨਾਲ ਘਟਣਾ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹਦੇ ਵਿੱਚ ਵਾਧਾ ਘਟਦਾ ਨਹੀਂ ਹੈ। ਅਤੇ ਤੁਸੀਂ ਜਿਹੜਾ ਇਹ ਤੁਹਾਨੂੰ ਧਨ ਦਿੱਤਾ ਇਸ ਕਰਕੇ ਦਿੱਤਾ ਵੀ ਜਿਹੜਾ ਤੁਹਾਡਾ ਕਾਰਜ ਉਹਨੂੰ ਸਵਾਰ ਲਿਓ। ਤੁਸੀਂ ਇਹ ਧਨ ਰਹਿੰਦੇ ਰਹਿੰਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਦੇ ਘਰ ਵਾਪਸ ਆ ਜਾਣਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਮਾਂ ਸਾਡਾ ਜਿਹੜਾ ਇਹ ਗਿਣਤੀ ਦਾ ਹੈ ਅਤੇ ਇਹ ਘਟਦਾ ਜਾ ਰਿਹਾ, ਕਿਉਂਕਿ ਅਸੀਂ ਉਹ ਧਨ ਵਰਤੀ ਜਾਂਦੇ ਹਾਂ ਅਤੇ ਉਹ ਘਟਦਾ ਜਾ ਰਿਹਾ। ਜਿਵੇਂ ਸਾਡਾ ਦਿਨਾਂ ਤਰੀਕਾਂ ਦੇ ਨਾਲ ਨਹੀਂ, ਸਾਡਾ ਸਵਾਸਾਂ ਦਾ ਹਿਸਾਬ ਹੁੰਦਾ। ਜਿਵੇਂ ਪੁਰਾਣੇ ਸਮਿਆਂ 'ਚ ਅੱਗੇ ਜੋਗੀ ਕੀ ਕਰਦੇ ਸੀ, ਉਹ ਆਪਦੀ ਉਮਰ ਵਧਾ ਲੈਂਦੇ ਸੀ। ਉਹ ਵਧਾਉਂਦੇ ਕਿਵੇਂ ਸੀ? ਉਹ ਇਹਨਾਂ ਸਵਾਸਾਂ ਨੂੰ ਰੋਕ ਲੈਂਦੇ ਸੀ। ਉਹ ਵਿਧੀਆਂ ਹੁੰਦੀਆਂ, ਜੋਗਤੀਆਂ ਤਰੀਕੇ ਯੋਗ ਮਤ ਦੇ ਵਿੱਚ ਉਹਨੂੰ ਕਹਿੰਦੇ ਪਾਉਣ ਨੂੰ ਉਲਟਾ ਲੈਣਾ, ਵੀ ਉਹ ਪਾਉਣ ਨੂੰ ਉਲਟਾ ਕੇ ਸਵਾਸਾਂ ਨੂੰ ਬੰਦ ਕਰਕੇ ਬੈਠ ਜਾਂਦੇ ਸੀ। ਉਹ ਜਦੋਂ ਸਵਾਸ ਵਰਤਦੇ ਨਹੀਂ ਸੀ, ਉਹ ਸਵਾਸਾਂ ਦਾ ਆਪਣਾ ਹਿਸਾਬ ਹੈ। ਜਦੋਂ ਸਵਾਸ ਵਰਤਣੇ ਨਹੀਂ ਤਾਂ ਉਹ ਉਮਰ ਵੱਧ ਜਾਂਦੀ ਹੈ। ਉਹ ਕਈ ਕਈ ਸਦੀਆਂ, ਹਜ਼ਾਰਾਂ ਸਾਲ ਤੱਕ ਵਧਾ ਕੇ ਲੈ ਜਾਂਦੇ। ਉਹ ਵਰਤਦੇ ਹੀ ਨਹੀਂ ਸੀ ਸਵਾਸ, ਉਹ ਬੈਠੇ ਰਹਿੰਦੇ। ਇਸ ਵਾਸਤੇ ਸਭ ਤੋਂ ਵੱਧ ਜਿਹੜੀ ਉਮਰ ਆਰਜੂ ਉਹ ਜੋਗੀਆਂ ਦੀ ਦੱਸੀ ਗੁਰਬਾਣੀ 'ਚ, ਵੀ ਇਹਨਾਂ ਦੀ ਆਰਜੂ ਬਹੁਤ ਲੰਮੀ ਹੋਈ, ਵੀ ਇਹ ਵਧਾ ਲੈਂਦੇ ਸੀ ਆਪਦੀ ਉਮਰ ਨੂੰ, ਉਸ ਸਵਾਸਾਂ ਨੂੰ ਰੋਕ ਲੈਂਦੇ ਸੀ, ਪਾਉਣ ਨੂੰ ਉਲਟਾ ਦਿੰਦੇ ਸੀ। ਜਿਵੇਂ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਆਮ ਜੀ ਵੀ ਇੱਦਾਂ ਕਰਦੇ ਸੀ, ਵੀ ਉਹ ਸਵਾਸ ਰੋਕ ਕੇ 10ਵੇਂ ਦੀਵਾਰ ਜਾਂ ਸੁੰਨ ਦੇ ਵਿੱਚ ਬੈਠ ਜਾਂਦੇ। ਉਹ ਜਦੋਂ ਕਈ ਵਾਰ ਜੀਵ ਜਦੋਂ ਦੇਹ ਛੱਡਦੇ, ਜਿਵੇਂ ਹੁਣ ਵੀ ਆਪਾਂ ਦੇਖਦੇ ਹਾਂ, ਜਦੋਂ ਕਿ ਦੇਹ ਛੱਡ ਜਾਂਦਾ, ਉਹਨੂੰ ਜਦੋਂ ਲੈ ਕੇ ਜਾਂਦੇ ਸ਼ਮਸ਼ਾਨ ਘਾਟ ਨੂੰ, ਥੋੜ੍ਹਾ ਜਿਹਾ ਉਹਨਾਂ ਲਿਜਾ ਕੇ ਉਹਦੇ ਸਿਰ ਕੋਲੇ ਉਹ ਕੁੱਜਾ ਭੰਨਦੇ, ਤੌੜਾ। ਉਹ ਹੁਣ ਤਾਂ ਜੀਵਾਂ ਨੂੰ ਪਤਾ ਵੀ ਨਹੀਂ ਵੀ ਕਾਹਤੋਂ ਭੰਨਿਆ ਜਾਂਦਾ। ਉਹ ਪੁਰਾਣੇ ਸਮੇਂ 'ਚ ਤਾਂ ਭੰਨਦੇ ਸੀ, ਉਦੋਂ ਜੀਵ ਪਾਉਣ ਉਲਟਾ ਕੇ ਬੈਠ ਜਾਂਦੇ ਸੀ। ਉਹ ਸਿਰ ਕੋਲੇ ਉਹਦੇ ਤਾਂ ਧਮਾਕਾ ਕਰਦੇ ਸੀ ਵੀ ਜੇ ਉਹ ਪਾਉਣ ਉਲਟਾ ਕੇ ਬੈਠਾ ਵੀ ਹੋਇਆ ਅਤੇ ਉਹ ਇੱਕਦਮ ਜਦੋਂ ਖੜਕਾ ਹੋਏਗਾ ਅਤੇ ਉਹ ਸਰੀਰ 'ਚ ਪ੍ਰਵੇਸ਼ ਹੋ ਜਾਏਗਾ, ਮੁੜਿਆਏਗਾ ਵਾਪਸ। ਅਤੇ ਹੁਣ ਤਾਂ ਉਹ ਜੀਵਾਂ ਨੂੰ ਪਤਾ ਹੀ ਨਹੀਂ। ਹੁਣ ਕਿਹੜਾ ਕੋਈ ਉਹ ਭਗਤੀ ਕਰਦੇ ਜਾਂ ਕੋਈ ਉਹ ਅਭਿਆਸ ਕਰਦੇ ਵੀ ਉਹ ਪਾਉਣ ਨੂੰ ਉਲਟਾ ਕੇ ਬੈਠੇ ਹੋਣ ਅਤੇ ਉਹ ਖੜਕਾ ਸੁਣ ਕੇ ਵਾਪਸ ਆ ਜਾਣ। ਅੱਗੇ ਜੀਵ ਕਰਦੇ ਸੀ, ਉਹ ਤਾਂ ਕਰਕੇ ਉਹ ਕਿਰਿਆ ਕੀਤੀ ਜਾਂਦੀ ਸੀ, ਉਹ ਜੀਵ ਵਾਪਸ ਮੁੜੇ ਹੁੰਦੇ ਸੀ ਉਹ ਖੜਕਾ ਸੁਣ ਕੇ। ਸੋ ਇਸੇ ਤਰ੍ਹਾਂ ਹੁਣ ਆਪਾਂ ਨੂੰ ਮਹਾਰਾਜ ਨੇ ਗੁਰਮਤਿ 'ਚ ਸਮਝਾਇਆ ਵੀ ਉਹ ਪਾਉਣ ਨੂੰ ਉਲਟਾਉਣਾ ਨਹੀਂ, ਆਪਾਂ ਨੂੰ ਗੁਰਬਾਣੀ 'ਚ ਮਨ ਦਾ ਉਲਟਾਉਣਾ ਦੱਸੀ ਵੀ ਅਸੀਂ ਇਹ ਉਮਰ ਜਿਹੜੀ ਆਪਦੀ ਵਧਾਉਣੀ ਨਹੀਂ ਹੈ, ਵੀ ਅਸੀਂ ਇਹ ਸਵਾਸਾਂ ਦਾ ਧਨ ਰਹਿੰਦੇ ਰਹਿੰਦੇ ਹੀ ਅਸੀਂ ਆਪਦੇ ਘਰ ਵਾਪਸ ਚਲੇ ਜਾਣਾ, ਅਸੀਂ ਮਾਲਕ ਨਾਲ ਮਿਲਾਪ ਕਰ ਲੈਣਾ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਕਾਰਜ ਸਾਡਾ ਸਾਰਿਆਂ ਦਾ ਇੱਕੋ ਹੀ ਹੈ। ਇੱਥੇ ਆਏ ਹਾਂ ਮਾਲਕ ਦੀ ਬੰਦਗੀ ਕਰਨ ਵਾਸਤੇ, ਭਗਤੀ ਵਾਸਤੇ, ਅਤੇ ਭਗਤੀ ਕਰਕੇ ਮਾਲਕ ਦੇ ਵਿੱਚ ਲੀਨ ਹੋਣਾ, ਉਹਦੇ ਵਿੱਚ ਸਮਾਉਣਾ। ਜੇ ਤਾਂ ਅਸੀਂ ਸਮਾਉਣਾ ਸਿੱਖ ਲੈਂਦੇ ਹਾਂ, ਆਪਦੇ ਘਰ 'ਚ ਆਉਣ ਜਾਣ ਬਣਾ ਲੈਂਦੇ ਹਾਂ, ਫਿਰ ਤਾਂ ਅਸੀਂ ਜਿਉਂਦੇ ਜੀ ਹੀ ਮੁਕਤ ਹਾਂ।
ਜਿਉਂਦੇ ਹੀ ਆਪਾਂ ਪ੍ਰਵਾਨ ਹੋ ਜਾਂਦੇ। ਜਿਸ ਦਿਨ ਆਪਾਂ ਨੂੰ ਜੋ ਸਾਡੇ ਅੰਦਰ ਸ਼ਬਦ ਗੁਰੂ ਨਾਦ ਚੱਲ ਰਿਹਾ ਉਹਦੀ ਪਹਿਚਾਣ ਆ ਗਈ, ਉਸੇ ਦਿਨ ਹੀ ਅਸੀਂ ਪ੍ਰਵਾਨ ਹੋ ਜਾਂਦੇ, ਜਿਉਂਦੇ ਵੀ ਅਤੇ ਮਰਨ ਤੋਂ ਬਾਅਦ ਵੀ। ਮਹਾਰਾਜ ਕਹਿੰਦੇ ਗੁਰਮੁਖ ਜੀਵੇ ਮਰੇ ਪ੍ਰਵਾਨ, ਆਰਜਾ ਨ ਸੀਜੇ ਸ਼ਬਦ ਪਛਾਣ। ਵੀ ਜਿਸ ਦਿਨ ਸਾਨੂੰ ਸ਼ਬਦ ਗੁਰੂ ਦੀ ਪਹਿਚਾਣ ਆ ਗਈ ਚੰਗੀ ਤਰ੍ਹਾਂ, ਸਾਡਾ ਮਨ ਉਹ ਸ਼ਬਦ ਗੁਰੂ ਨਾਲ ਜੁੜ ਗਿਆ, ਸਾਡੀ ਟੁੱਟੀ ਹੋਈ ਗੰਢੀ ਗਈ, ਫਿਰ ਆਪਾਂ ਚਾਹੇ ਜਿਉਂਦੇ ਹਾਂ, ਜਿਉਂਦੇ ਵੀ ਪ੍ਰਵਾਨ ਆ ਮਾਲਕ ਨੂੰ, ਜਦੋਂ ਮਰ ਗਏ ਮਰਨ ਤੋਂ ਬਾਅਦ ਵੀ ਪ੍ਰਵਾਨ ਆ। ਇਸ ਕਰਕੇ ਜਿਹੜੇ ਗੁਰਮੁਖ ਉਹ ਮਾਲਕ ਨੂੰ ਪ੍ਰਵਾਨ ਹੀ ਨੇ, ਜਿਉਂਦੇ ਵੀ ਅਤੇ ਮਰਨ ਤੋਂ ਬਾਅਦ ਵੀ। ਅਤੇ ਆਪਾਂ ਨੂੰ ਤਾਂ ਫਿਰ ਸਮਝਾਉਂਦੇ ਵੀ ਉਹ ਸ਼ਬਦ ਗੁਰੂ ਦੀ ਪਹਿਚਾਣ ਕਰੋ, ਤਾਂ ਕਿ ਅਸੀਂ ਜਿਉਂਦੇ ਜੀ ਪ੍ਰਵਾਨ ਹੋ ਜਾਈਏ, ਅਸੀਂ ਜਿਉਂਦੇ ਜੀ ਮੁਕਤ ਹੋ ਜਾਈਏ, ਤਾਂ ਕਿ ਆਪਾਂ ਨੂੰ ਕਿਸੇ ਸਿਫਾਰਿਸ਼ ਦੀ ਲੋੜ ਨਾ ਪਵੇ। ਵੀ ਜਦੋਂ ਅਸੀਂ ਦੇਹ ਛੱਡੀਏ, ਬਾਅਦ ਦੇ ਵਿੱਚੋਂ ਜੀਵ ਅਰਦਾਸਾਂ ਬੇਨਤੀਆਂ ਕਰਦੇ ਵੀ ਇਹਨਾਂ ਨੂੰ ਦਰਗਾਹ 'ਚ ਥਾਂ ਦਿਓ, ਇਹਨਾਂ ਨੂੰ ਆਪਦੇ ਚਰਨਾਂ 'ਚ ਥਾਂ ਦਿਓ ਜੀ। ਹੁਣ ਜੇ ਅਸੀਂ ਜਿਉਂਦੇ ਜੀ ਤਾਂ ਮੁਕਤ ਨਹੀਂ ਹੋਏ, ਜਿਉਂਦੇ ਜੀ ਤਾਂ ਉਹ ਚਰਨਾਂ ਦੇ ਨਾਲ, ਮਾਲਕ ਦੇ ਸ਼ਬਦ ਗੁਰੂ ਨੂੰ ਚਰਨ ਆਖਿਆ, ਜਿਉਂਦੇ ਜੀ ਤਾਂ ਚਰਨਾਂ ਦੇ ਨਾਲ ਜੁੜੇ ਨਹੀਂ ਅੰਦਰੋਂ। ਫਿਰ ਇਹ ਥੋੜ੍ਹੀ ਵੀ ਮਰਨ ਤੋਂ ਬਾਅਦ ਸਾਨੂੰ ਚਰਨਾਂ 'ਚ ਥਾਂ ਮਿਲ ਜਾਏਗੀ। ਜੇ ਅਸੀਂ ਜਿਉਂਦੇ ਜੀ ਨਹੀਂ ਮੁਕਤ ਹੋਏ ਅਤੇ ਮਰਨ ਤੋਂ ਬਾਅਦ ਕੋਈ ਮੁਕਤ ਨਹੀਂ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਵੀ ਮਰਨ ਤੋਂ ਬਾਅਦ ਵੀ ਕੋਈ ਮੁਕਤ ਹੋਏ। ਜੇ ਤੁਸੀਂ ਮੁਕਤ ਹੋਣਾ ਤਾਂ ਜਿਉਂਦੇ ਜੀ ਮੁਕਤ ਹੋਵੋ, ਜੇ ਤੁਸੀਂ ਰੱਬ ਨੂੰ ਮਿਲਣਾ ਤਾਂ ਜਿਉਂਦੇ ਜੀ ਮਿਲੋ। ਸੋ ਇਸ ਵਾਸਤੇ ਇਹ ਫਿਰ ਆਪਾਂ ਸਾਰਾ ਜਿਉਂਦੇ ਜੀ ਕਰਨਾ ਹੁੰਦਾ, ਜਿਹੜਾ ਇਹ ਸਾਨੂੰ ਸਮਾਂ ਸਵਾਸਾਂ ਦਾ ਧਨ ਮਿਲਿਆ। ਇਹ ਇਸੇ ਕਰਕੇ ਸਮਾਂ ਮਿਲਿਆ ਵੀ ਅਸੀਂ ਜਿਉਂਦੇ ਜੀ ਜੀਵਨ ਮੁਕਤ ਹੋ ਜਾਈਏ, ਜਿਉਂਦੇ ਜੀ ਅਸੀਂ ਮਾਲਕ ਦੇ ਸਨਮੁਖ ਹੋ ਜਾਈਏ, ਜਿਉਂਦੇ ਜੀ ਅਸੀਂ ਅੰਦਰੋਂ ਸ਼ਬਦ ਗੁਰੂ ਨਾਲ ਜੁੜ ਜਾਈਏ, ਉਹਦੇ ਵਿੱਚ ਸਮਾ ਜਾਈਏ। ਜਦੋਂ ਆਪਣੀ ਇਹ ਅਵਸਥਾ ਬਣ ਗਈ ਵੀ ਸਾਹਮਣੇ ਆਪਾਂ ਪਰਮਾਤਮਾ ਨੂੰ ਦੇਖਦੇ ਹਾਂ, ਇਹਨਾਂ ਨੇਤਰਾਂ ਦੁਆਰਾ, ਕੰਨਾਂ ਦੁਆਰਾ ਆਪਾਂ ਮਾਲਕ ਦੀ ਆਵਾਜ਼ ਨੂੰ ਸੁਣਦੇ ਹਾਂ, ਨਾਮ ਨੂੰ, ਨਾਦ ਨੂੰ, ਅੰਤਰਗਤ ਆਪਾਂ ਇਹ ਸ਼ਬਦ ਗੁਰੂ ਦੀ ਆਰਾਧਨਾ ਕਰਦੇ ਹਾਂ, ਅਤੇ ਸਾਨੂੰ ਜਿਉਂਦੇ ਜੀ ਥਾਂ ਹੈ ਦਰਗਾਹ ਦੇ ਵਿੱਚ। ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤੇ, ਦਰਗੇ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਸ ਦੇ, ਜਗ ਮੇ ਉੱਤਮ ਕਾਢੀਏ ਵਿਰਲੇ ਕੀ ਕੇ। ਹੁਣ ਜੇ ਸਾਡੀ ਅਵਸਥਾ ਬਣ ਗਈ ਅਤੇ ਅਸੀਂ ਜਿਉਂਦੇ ਜੀ ਪ੍ਰਵਾਨ, ਸਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ ਹੈ। ਸੋ ਇਸ ਵਾਸਤੇ ਇਹ ਅਵਸਥਾ ਫਿਰ ਆਪਾਂ ਜਿਉਂਦੇ ਜੀ ਬਣਾਉਣੀ ਹੁੰਦੀ, ਤਾਂ ਕਿ ਜਦੋਂ ਆਪਣਾ ਦਿੱਤਾ ਹੋਇਆ ਸਮਾਂ ਖਤਮ ਹੋਵੇ, ਅਸੀਂ ਪਹਿਲਾਂ ਹੀ ਮਾਲਕ ਨੂੰ ਪ੍ਰਵਾਨ ਹੋ ਜਾਈਏ, ਅਤੇ ਜਦੋਂ ਸਮਾਂ ਖਤਮ ਹੋਵੇ ਅਸੀਂ ਸਿੱਧਾ ਹੀ ਮਾਲਕ 'ਚ ਲੀਨ ਹੋ ਜਾਈਏ, ਸਾਡੀ ਜੋਤ 'ਚ ਜੋਤ ਮਿਲ ਜੇ। ਜਿਸ ਨੂੰ ਮਹਾਰਾਜ ਕਹਿੰਦੇ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਬਈ ਜੋਤ ਦੇ ਵਿੱਚ ਜੋਤ ਸਾਡੀ ਫੇਰ ਹੀ ਰਲੇਗੀ ਜੇ ਅਸੀਂ ਪਹਿਲਾਂ ਸਿੱਖੀ ਯਾਰ ਲਾਉਣੀ। ਜੇ ਹੁਣ ਪਰਮਾਤਮਾ ਨੂੰ ਦੇਖਿਆ ਹੀ ਨਹੀਂ ਅਤੇ ਫਿਰ ਜੋਤ 'ਚ ਜੋਤ ਨਹੀਂ ਮਿਲਦੀ। ਜੋਤ 'ਚ ਜੋਤ ਮਿਲਦੀ ਉਹਨੂੰ ਦੇਖ ਦੇਖ ਕੇ। ਜਦੋਂ ਆਪਾਂ ਮਾਲਕ ਨੂੰ ਦੇਖਦੇ ਹਾਂ, ਪਰਮਾਤਮਾ ਨੂੰ ਸਾਹਮਣੇ ਦੇਖ ਦੇਖ ਕੇ ਸਤਿਗੁਰ ਦੀ ਸੇਵਾ ਕਰਦੇ ਹਾਂ, ਫਿਰ ਸਾਡੀ ਜੋਤ ਦੇ ਵਿੱਚ ਜੋਤ ਮਿਲਦੀ। ਮਨ ਦੇਖ ਦੇਖ ਕੇ ਪਰਮਾਤਮਾ ਨੂੰ ਉਹਦੇ ਵਿੱਚ ਸਮਾ ਜਾਂਦਾ, ਉਹਦੇ ਵਿੱਚ ਲੀਨ ਹੋ ਜਾਂਦਾ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਅਤੇ ਫਿਰ ਉਹ ਪਾਣੀ ਨੂੰ ਆਪਾਂ ਵੱਖਰਾ ਕਰਨਾ ਚਾਹੀਏ ਅਤੇ ਉਹਨੂੰ ਆਪਾਂ ਅੱਡ ਨਹੀਂ ਕਰ ਸਕਦੇ ਉਹਦੇ ਵਿੱਚੋਂ। ਇਸੇ ਤਰ੍ਹਾਂ ਹੀ ਫਿਰ ਇਹ ਸਾਡੀ ਜੋਤ 'ਚ ਜੋਤ ਮਿਲਦੀ, ਜਿਹਨੂੰ ਮਹਾਰਾਜ ਕਹਿੰਦੇ ਲੋਇਣ ਦੇਖ ਰਹੇ ਵਿਸਮਾਦੀ, ਚਿੱਤ ਦ੍ਰਿਸ਼ਟ ਲਗਾਈ ਅਦ੍ਰਿਸ਼ਟ, ਸਦਾ ਰਹੇ ਨਿਰਾਲਮ ਜੋਤੀ ਜੋਤ ਮਲਾਈ। ਬਈ ਜਦੋਂ ਆਪਾਂ ਮਾਲਕ ਨੂੰ ਦੇਖਦੇ ਹਾਂ, ਦੇਖ ਦੇਖ ਕੇ ਫਿਰ ਆਪਣਾ ਜਿਹੜਾ ਮਨ ਉਹ ਜੋਤ ਦੇ ਵਿੱਚ ਜੋਤ ਮਿਲ ਜਾਂਦੀ, ਮਾਲਕ ਦੇ ਵਿੱਚ ਉਹ ਲੀਨ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ ਹੈ। ਅਤੇ ਜਿਨ੍ਹਾਂ ਨੂੰ ਫਿਰ ਇਹ ਜੋਗਤੀ ਤਰੀਕਾ ਆ ਗਿਆ, ਉਹ ਇਸ ਤਰ੍ਹਾਂ ਸਮਾ ਜਾਂਦੇ ਵੀ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸਮਾਉਂਦੇ ਉਹੀ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ, ਜਿਨ੍ਹਾਂ ਨੇ ਜੁਗਤੀ ਸਿੱਖ ਲਈ ਵੀ ਕਿਵੇਂ ਜੋਤ ਜੋਤ ਮਿਲਾਉਣੀ। ਮਹਾਰਾਜ ਫਰਮਾਉਂਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹਿ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਬਈ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ, ਜਿਨ੍ਹਾਂ ਨੇ ਸਿੱਖ ਲਿਆ, ਜਿਨ੍ਹਾਂ ਨੂੰ ਇਹ ਜੁਗਤੀ ਆ ਗਈ, ਇਹ ਸਿੱਖਣਾ ਪੈਂਦਾ। ਆਈ ਨਹੀਂ ਵੀ ਸਾਨੂੰ ਆਪਦੇ ਆਪ ਆ ਜਾਏਗਾ, ਘਰੇ ਬੈਠਿਆਂ ਨੂੰ ਆ ਜਾਏਗਾ। ਸੰਸਾਰ ਦਾ ਆਪਾਂ ਦੇਖੀਏ ਵੀ ਕੋਈ ਵੀ ਕੰਮ ਹੈ ਜਿਹੜਾ ਉਹ ਆਪਾਂ ਨੂੰ ਸਿੱਖਣਾ ਪੈਂਦਾ, ਉਹਦੇ ਵਾਸਤੇ ਆਪਾਂ ਨੂੰ ਗੁਰੂ ਉਸਤਾਦ ਧਾਰਨ ਕਰਨਾ ਪੈਂਦਾ, ਫਿਰ ਆਪਾਂ ਨੂੰ ਆਉਂਦਾ। ਅਤੇ ਇਹ ਤਾਂ ਆਪਾਂ ਪਰਮਾਤਮਾ ਵਾਹਿਗੁਰੂ ਦੇ ਵਿੱਚ ਲੀਨ ਹੋਣਾ, ਉਹ ਸਾਨੂੰ ਆਪਦੇ ਆਪ ਨਹੀਂ ਆ ਸਕਦਾ। ਉਹਦੇ ਵਾਸਤੇ ਸਤ ਸੰਗਤ ਕਰਨੀ ਪੈਂਦੀ, ਸਾਨੂੰ ਗੁਰਮੁਖਾਂ ਦਾ ਸੰਗ ਕਰਨਾ ਪੈਂਦਾ, ਜਿਨ੍ਹਾਂ ਨੇ ਆਪ ਜੋਤ ਜੋਤ ਮਿਲਾਈ ਹੋਵੇ, ਜਿਨ੍ਹਾਂ ਨੇ ਆਪ ਸਿੱਖਿਆ, ਉਹੀਓ ਸਾਨੂੰ ਅੱਗੇ ਸਿਖਾ ਸਕਦੇ ਨੇ। ਜਿਵੇਂ ਸੰਸਾਰ ਦਾ ਕੋਈ ਵੀ ਕੰਮ ਹੈ, ਜਿਹਨੂੰ ਆਪ ਹੀ ਨਹੀਂ ਆਉਂਦਾ, ਆਪਾਂ ਕਹਾਂਗੇ ਇਹਨੇ ਮੈਨੂੰ ਕੀ ਸਿਖਾਉਣਾ, ਇਹਨੂੰ ਤਾਂ ਆਪ ਨਹੀਂ ਆਉਂਦਾ, ਇਹ ਸਾਨੂੰ ਕੀ ਸਿਖਾਏਗਾ। ਸੋ ਇਸੇ ਤਰ੍ਹਾਂ ਹੀ ਜੇ ਹੁਣ ਆਪਾਂ ਨੂੰ ਆਪ ਨੂੰ ਨਹੀਂ ਆਉਂਦਾ ਅਤੇ ਆਪਾਂ ਅੱਗੇ ਕੀ ਸਿਖਾਵਾਂਗੇ ਕਿਸੇ ਨੂੰ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ, ਤਾਂ ਕਰਕੇ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਤਾਂ ਕਰਕੇ ਆਪਾਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ। ਗੁਰੂ ਸਾਨੂੰ ਫਿਰ ਇਹ ਜੁਗਤੀ ਤਰੀਕਾ ਦੱਸਦੇ, ਉਹ ਸਾਨੂੰ ਫਿਰ ਇਹ ਸਿਖਾਉਂਦੇ ਸਾਰਾ ਕੁਛ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਸਤ ਸੰਗਤ ਦੇ ਵਿੱਚ ਆ ਕੇ ਫਿਰ ਇਹ ਸਾਨੂੰ ਜੁਗਤੀਆਂ ਤਰੀਕੇ, ਫਿਰ ਇਹ ਸਾਨੂੰ ਸਾਰੀ ਸਮਝ ਆਉਂਦੀ, ਫਿਰ ਇਹ ਸਾਨੂੰ ਭੇਦ ਆਉਂਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਤਾਂ ਕਰਕੇ ਇਹ ਸਤ ਸੰਗਤ ਦੀ ਇੰਨੀ ਮਹਿਮਾ, ਇੰਨੀ ਗੁਰਬਾਣੀ ਗੁਰੂ ਵਿੱਚ ਵਡਿਆਈ ਕੀਤੀ ਹੈ, ਉਸਤਤ ਕੀਤੀ ਹੈ। ਸੋ ਇਸ ਵਾਸਤੇ ਫਿਰ ਇਹਨਾਂ ਜੁਗਤੀਆਂ ਤਰੀਕਿਆਂ ਨੂੰ ਜਾਣਨ ਵਾਸਤੇ ਪਹਿਲਾਂ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਪਹਿਲਾਂ ਤਾਂ ਇਹ ਸਿਮਰਨ ਕਰਨ ਦੀ ਜੁਗਤੀ ਅਪਣਾਉਣੀ ਪੈਂਦੀ ਹੈ। ਜਦੋਂ ਅਸੀਂ ਇਹ ਸਿਮਰਨ ਕਰਨ ਦੀ ਜੁਗਤੀ ਅਪਣਾਵਾਂਗੇ, ਅਭਿਆਸ ਕਰਾਂਗੇ, ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਏਗਾ। ਫਿਰ ਇਹ ਅੱਗੇ ਧਿਆਨ ਦਾ ਖੇਲ ਚੱਲਦਾ। ਫਿਰ ਉਹ ਧਿਆਨ ਦੁਆਰਾ ਕਿਵੇਂ ਜੁਗਤੀਆਂ, ਉਹ ਸਾਨੂੰ ਗੁਰਬਾਣੀ ਗੁਰੂ 'ਚ ਦੱਸੀਆਂ ਨੇ। ਹੁਣ ਪਹਿਲਾਂ ਅਸੀਂ ਇਹ ਮਨ ਨੂੰ ਧੋਣ ਵਾਸਤੇ, ਮਨ ਨੂੰ ਵਿਚਾਰਾਂ ਤੋਂ ਰੋਕਣ ਵਾਸਤੇ ਜੋ ਆਪਾਂ ਨੂੰ ਸਤਿਗੁਰਾਂ ਨੇ ਸਿਮਰਨ ਦੀ ਜੁਗਤੀ ਦੱਸੀ ਵੀ ਸਾਸ ਗਿਰਾਸ ਸਿਮਰਨ ਕਰੋ, ਆਪਦੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣੋ, ਵੀ ਇਹ ਜੁਗਤੀ ਹੈ ਮਨ ਨੂੰ ਇਕਾਗਰ ਕਰਨ ਦੀ, ਮਨ ਨੂੰ ਟਿਕਾਉਣ ਵਾਸਤੇ। ਆਓ ਹੁਣ ਕਿਵੇਂ ਅਸੀਂ ਮਨ ਨੂੰ ਇਕਾਗਰ ਕਰਨਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਦੱਸ ਰਹੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਹੋਏ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ, ਇਸ ਨੂੰ ਸਾਸ ਗਰਾਸ ਸਿਮਰਨ ਆਖੀਏ। ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਹੈ ਜੋ ਫਿਰ ਇਹ ਲਗਾਤਾਰ ਸਾਸ ਗਰਾਸ ਸਿਮਰਨ ਕਰਦਾ ਹੈ। ਮਾਰੇ ਫਰਮਾਉਂਦੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜਦੋਂ ਅਸੀਂ ਇਹ ਨਿਰੰਤਰ ਸਿਮਰਨ ਕਰਾਂਗੇ ਤੇ ਅਸੀਂ ਗੁਰੂ ਦੇ ਮਨ ਨੂੰ ਭਾ ਜਾਵਾਂਗੇ, ਗੁਰੂ ਨੂੰ ਚੰਗੇ ਲੱਗਾਂਗੇ, ਸੋਹਣੇ ਲੱਗਾਂਗੇ। ਤੇ ਜਦੋਂ ਗੁਰੂ ਨੂੰ ਭਾ ਗਏ ਤੇ ਸਮਝ ਲਓ ਸਾਡੇ 'ਤੇ ਕਿਰਪਾ ਹੋ ਗਈ। ਫਿਰ ਸਮਝ ਲਓ ਵੀ ਸਾਨੂੰ ਜੋ ਸਾਡੇ ਅੰਦਰ ਨਾਮ ਹੈ, ਜਦੋਂ ਅਸੀਂ ਗੁਰੂ ਨੂੰ ਭਾ ਗਏ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਣੀ। ਸਾਨੂੰ ਜੋ ਨਾਮ ਸਾਡੇ ਅੰਦਰ ਗੁਪਤੋਂ ਪ੍ਰਗਟ ਹੋ ਜਾਣਾ। ਫਿਰ ਜੋ ਸਾਡੇ ਅੰਦਰ ਸਤਿਪੁਰਖ ਹੈ, ਸਾਨੂੰ ਉਹ ਸਤਿਪੁਰਖ ਦਾ ਭੇਤ ਆ ਜਾਣਾ। ਸੋ ਫਿਰ ਅਸੀਂ ਉਹ ਸਤਿਪੁਰਖ ਨੂੰ ਜਾਣ ਲਾਂਗੇ। ਕਿਉਂਕਿ ਜਦ ਤੱਕ ਅਸੀਂ ਸਿਮਰ ਨਹੀਂ ਕਰਦੇ, ਸਤ ਸੰਗਤ ਨਹੀਂ ਕਰਦੇ, ਜੀਵ ਦੇ ਅੰਦਰ ਅਭਿਮਾਨ ਹੁੰਦਾ, ਹੰਕਾਰ ਹੁੰਦਾ, ਤਾਂ ਕਰਕੇ ਉਹ ਅੰਦਰ ਹੁੰਦੇ ਮਾਲਕ ਨੂੰ ਪਹਿਚਾਣਦਾ ਨਹੀਂ ਹੈ। ਇਸੇ ਕਰਕੇ ਫਿਰ ਆਪਾਂ ਨੂੰ ਮਾਰੇ ਸਮਝਾਉਂਦੇ ਘਰ ਹੁੰਦੇ ਪੁਰਖ ਨਾ ਪਹਿਚਾਣਿਆ,
ਅਭਿਮਾਨ ਮੁੱਠੇ ਅਹੰਕਾਰ ਵੀ ਘਰ ਹੁੰਦੇ ਹੀ ਉਹ ਪੁਰਖ ਦੀ ਪਹਿਚਾਣ ਨਹੀਂ ਕੀਤੀ, ਉਹਨੂੰ ਪਛਾਣਿਆ ਨਹੀਂ, ਇਹ ਘਰ 'ਚ ਹੀ ਹੈ। ਜੇ ਤਾਂ ਕਿਤੇ ਬਾਹਰ ਹੋਵੇ ਫਿਰ ਤਾਂ ਲੱਭਣਾ ਔਖਾ ਵੀ ਕਿੱਥੋਂ ਲੱਭੀਏ, ਅੰਦਰ ਹੀ ਬੈਠੇ ਨੇ। ਹੁਣ ਅੰਦਰ ਬੈਠੇ ਤੇ ਅੰਦਰ ਮੁਖੀ ਜਦੋਂ ਅਸੀਂ ਹੋਵਾਂਗੇ ਫਿਰ ਲੱਭ ਲਾਂਗੇ। ਜਿਆਦਾ ਕਿ ਅਸੀਂ ਬਾਹਰ ਮੁਖੀ ਹਾਂ, ਉਹਨਾਂ ਸਮਾਂ ਅਸੀਂ ਅੰਦਰੋਂ ਲੱਭਦੇ ਨਹੀਂ, ਸਾਨੂੰ ਅੰਦਰ ਦਾ ਭੇਤ ਨਹੀਂ ਆਉਂਦਾ ਵੀ ਸਾਡੇ ਅੰਦਰ ਕੀ ਹੈ। ਸੋ ਇਸ ਵਾਸਤੇ ਕਹਾਣੀ ਸਾਰੀ ਸਾਡੇ ਅੰਦਰ ਦੀ, ਇਹ ਯਾਤਰਾ ਸਾਡੇ ਅੰਦਰ ਦੀ ਹੈ, ਅਤੇ ਸੰਸਾਰ ਦੀ ਬਾਹਰ ਦੀ ਯਾਤਰਾ ਹੈ। ਅਤੇ ਇਹ ਜੋ ਸਾਡੇ ਅਸਲ ਕਾਰਜ ਦੀ ਯਾਤਰਾ, ਮਾਲਕ ਨੂੰ ਮਿਲਾਪ ਦੀ, ਇਹ ਸਾਡੇ ਅੰਦਰ ਦੀ ਯਾਤਰਾ ਹੈ। ਜਿਵੇਂ ਹੁਣ ਜੀਵ ਬਾਹਰੀ ਯਾਤਰਾ 'ਤੇ ਜਾਂਦੇ, ਆਪਾਂ ਦਰਸ਼ਨ ਦੀਦਾਰ ਕਰਕੇ ਆਉਂਦੇ ਹਾਂ, ਅਤੇ ਆਪਾਂ ਫਿਰ ਆ ਕੇ ਦੱਸਦੇ ਹਾਂ ਵੀ ਯਾਤਰਾ 'ਤੇ ਗਏ ਸੀ, ਸਾਡੀ ਯਾਤਰਾ ਸਫਲ ਹੋ ਗਈ ਜੀ, ਬੜੇ ਸੋਹਣੇ ਦਰਸ਼ਨ ਕਰਕੇ ਆਏ। ਅਤੇ ਹੁਣ ਇਹ ਸਾਡੇ ਅੰਦਰ ਦੀ ਯਾਤਰਾ, ਸਾਡੇ ਅੰਦਰ ਜਿਹੜਾ ਗੁਰਦੁਆਰਾ, ਅਸੀਂ ਉੱਥੇ ਜਾਣਾ ਜਿੱਥੇ ਅੰਦਰ ਮਾਲਕ ਬੈਠੇ ਨੇ। ਜਦੋਂ ਅਸੀਂ ਉੱਥੇ ਚਲੇ ਗਏ, ਉਹ ਸਤਿਪੁਰਖ ਦੀ ਸਾਨੂੰ ਅੰਦਰੋਂ ਪਹਿਚਾਣ ਆ ਗਈ, ਅਤੇ ਸਮਝ ਲਓ ਸਾਡੀ ਯਾਤਰਾ ਸੀ ਜਿਹੜੀ ਉਹ ਸਫਲ ਹੋ ਗਈ। ਜਿਸ ਨੂੰ ਮਹਾਰਾਜ ਕਹਿੰਦੇ ਸਫਲ 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 ਭਈ ਯਾਤਰਾ, ਫਿਰ ਇਹ ਯਾਤਰਾ ਸਫਲ। ਵੀ ਜਿਹਨੂੰ ਮਿਲਣ ਵਾਸਤੇ ਚੱਲੇ ਸੀ ਉਹ ਮਿਲ ਗਿਆ, ਮਾਲਕ ਨੂੰ ਮਿਲਣਾ ਸੀ, ਉਹ ਸਤਿਪੁਰਖ ਨੂੰ ਮਿਲ ਲਏ, ਅਤੇ ਯਾਤਰਾ ਸੀ ਜਿਹੜੀ ਉਹ ਪੂਰੀ ਹੋ ਗਈ, ਉਹ ਸਫਲ ਹੋ ਗਈ ਯਾਤਰਾ। ਅਤੇ ਜੇ ਹੁਣ ਯਾਤਰਾ 'ਤੇ ਜਾਈਏ, ਦਰਸ਼ਨ ਮੇਲੇ ਹੋਣ ਹੀ ਨਾ, ਅਤੇ ਫਿਰ ਆਪਾਂ ਕਹਿੰਦੇ ਵੀ ਯਾਤਰਾ ਵਧੀਆ ਨਹੀਂ ਰਹੀ। ਕਿਉਂਕਿ ਜਿਹਨੂੰ ਮਿਲਣ ਗਏ ਸੀ ਉਹ ਤਾਂ ਮਿਲਿਆ ਹੀ ਨਹੀਂ, ਦਰਸ਼ਨ ਤਾਂ ਹੋਈ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਬਈ ਇਹ ਸਾਡੇ ਅੰਦਰ ਦੀ ਯਾਤਰਾ, ਅਤੇ ਉਹ ਯਾਤਰਾ ਸ਼ੁਰੂ ਹੋਣੀ ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਅੰਤਰਮੁਖੀ ਹੋਵਾਂਗੇ, ਫੇਰ ਹੀ ਯਾਤਰਾ 'ਤੇ ਚੱਲਾਂਗੇ। ਜਿਆਦਾ ਕਿ ਹੁਣ ਅਸੀਂ ਸਿਮਰਨ ਨਹੀਂ ਕਰਦੇ, ਜੀਵੇ ਯਾਤਰਾ 'ਤੇ ਤਾਂ ਚੱਲਦਾ ਹੀ ਨਹੀਂ ਅੰਦਰਲੀ 'ਤੇ, ਤਾਂ ਉਹ ਤਾਂ ਬਾਹਰ ਹੀ ਭੱਜਿਆ ਫਿਰਦਾ ਹੋਰ ਪਾਸੇ। ਜਦੋਂ ਬਾਹਰ ਭੱਜਿਆ ਫਿਰਦਾ ਉਦੋਂ ਫਿਰ ਮਨ ਨੂੰ ਕਹਿੰਦੇ ਵੀ ਤੂੰ ਬਾਹਰੋਂ ਕੀ ਲੱਭਦਾ, ਤੇਰੇ ਤਾਂ ਅੰਦਰ ਮਾਲਕ ਹੈ, ਤੇਰੇ ਤਾਂ ਅੰਦਰ ਹੀ ਨਿਧਾਨ ਖਜ਼ਾਨਾ ਪਿਆ, ਤੂੰ ਐਵੇਂ ਬਾਹਰ ਭੱਜਦਾ ਫਿਰਦਾ, ਬਾਹਰੋਂ ਲੱਭਦਾ ਫਿਰਦਾ। ਮਹਾਰਾਜ ਕਹਿੰਦੇ ਇਹ ਮਨ ਮੇਰੇ ਆ, ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ, ਵੀ ਤੇਰੇ ਤਾਂ ਅੰਦਰ ਹੈ, ਤੂੰ ਬਾਹਰ ਨਾ ਭਾਲ, ਬਾਹਰ ਭਰਮ ਹੈ। ਜੇ ਤੂੰ ਬਾਹਰ ਲੱਭੇਗਾ, ਬਾਹਰੋਂ ਨਹੀਂ ਲੱਭਣਾ, ਜਿੱਥੋਂ ਅੰਦਰੋਂ ਤੇਰੀ ਲੈਵ ਟੁੱਟੀ ਹੈ ਅਤੇ ਅੰਦਰੋਂ ਹੀ ਜੋੜਨੀ, ਅਤੇ ਇਸ ਕਰਕੇ ਅੰਤਰਮੁਖੀ ਹੋ, ਅੰਦਰੋਂ ਲੱਭ। ਤਾਂਹੀਓ ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਹੀ। ਵੀ ਜੇ ਅਸੀਂ ਬਾਹਰੋਂ ਟੋਲਦੇ ਹਾਂ, ਬਾਹਰੋਂ ਕਿਤੋਂ ਲੱਭਦੇ ਹਾਂ, ਅਤੇ ਅਸੀਂ ਭਰਮ 'ਚ ਫੇਰ ਨਹੀਂ ਲੱਭਣਾ। ਜਦੋਂ ਅਸੀਂ ਅੰਦਰੋਂ ਲੱਭਾਂਗੇ ਅਤੇ ਅੰਦਰੋਂ ਮਿਲ ਜਾਣਾ, ਕਿਉਂਕਿ ਅੰਦਰ ਹੀ ਬੈਠੇ ਨੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਇਹ ਸਾਰਾ ਸਾਡੇ ਅੰਦਰ ਦਾ ਭੇਦ ਦਿੱਤਾ ਵੀ ਕਿੱਥੇ ਸਾਡੇ ਅੰਦਰ ਬੈਠੇ, ਕਿਵੇਂ ਅਸੀਂ ਜਾ ਕੇ ਮਿਲਣਾ, ਕਿਵੇਂ ਅਸੀਂ ਗੱਲਾਂ ਬਾਤਾਂ ਕਰਨੀਆਂ ਮਾਲਕ ਦੇ ਨਾਲ, ਕਿੱਥੇ ਬੈਠੇ। ਉਹ ਫਿਰ ਆਪਾਂ ਨੂੰ ਦੱਸ ਦਿੱਤਾ ਵੀ ਸਹਿਜ ਗੁਫਾ ਦੇ ਵਿੱਚ 10ਵੇਂ ਦੀਵਾਰ ਨਿੱਜ ਮਹਿਲ 'ਚ ਬੈਠੇ ਨੇ, ਅਤੇ ਤੁਸੀਂ ਵੀ ਜਾ ਕੇ ਮਿਲ ਲਓ, ਤੁਸੀਂ ਵੀ ਵਿਚਾਰਾਂ ਕਰ ਲਓ। ਮਹਾਰਾਜ ਕਹਿੰਦੇ ਸੁਨ ਸਮਾਧ ਗੁਫਾ ਤੇ ਆਸਣ, ਕੇਵਲ ਬ੍ਰਹਮ ਪੂਰਨ ਤੇ ਵਾਸਣ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਭਗਤਾਂ ਦੇ ਨਾਲ ਗੋਸ਼ਟ ਕਰਦਾ ਜਿਹੜੇ ਜਾਂਦੇ ਉੱਥੇ, ਅਤੇ ਆਪਾਂ ਵੀ ਜਾ ਕੇ ਫਿਰ ਮਾਲਕ ਨਾਲ ਵਿਚਾਰ ਕਰ ਸਕਦੇ ਹਾਂ। ਉਹਦੇ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ। ਸੋ ਇਸੇ ਗਿਆਨ ਨੂੰ ਆਪਾਂ ਹੁਣ ਵੱਧ ਤੋਂ ਵੱਧ ਦ੍ਰਿੜ ਕਰਦੇ ਹੋਏ ਆਪਣੇ ਹਿਰਦੇ 'ਚ ਵਸਾਉਣਾ ਅਤੇ ਜੀਵਨ ਦਾ ਲਾਹਾ ਖੱਟਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ
ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ